करहि तेहा हों करई वख्यान। धन धन सतगुरु ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤਿਨਾਂ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਤਿਨਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਸਜ ਕਰ ਜੋ ਲੰਬੇਰੇ ਅਰਸੇ ਤੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ ਜਿਸ ਦੀ ਵਿਚਾਰ ਆਪ ਸੰਗਤ ਸ਼ਰਵਨ ਕਰਦੇ ਆ ਰਹੇ ਹੋ, ਚੱਲ ਰਹੀ ਲੜੀ ਅਨੁਸਾਰ 20ਵੀਂ ਅਸ਼ਟਪਦੀ ਦੇ 2 ਪਦਿਆਂ ਦਾ ਪਾਠ ਆਪ ਜੀ ਨੂੰ ਸਤਿਕਾਰ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਇਸ ਪਾਵਨ ਅਸਥਾਨ ਦੇ ਹੈੱਡ ਗ੍ਰੰਥੀ ਸਾਹਿਬਾਨ ਤਿਨਾਂ ਨੇ ਸ਼ਰਵਨ ਕਰਵਾਇਆ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਪਾਵਨ 2 ਪਦਿਆਂ ਦੀ ਵਿਚਾਰ ਪ੍ਰਾਰੰਭ ਕਰੀਏ। ਨਚੀਜ ਦਾਸਰੇ ਨੂੰ ਅਸੀਸ ਬਖਸ਼ਿਸ਼ ਕਰਦਿਆਂ ਗੁਰ ਫਤਿਹ ਪ੍ਰਵਾਨ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਨੇ ਆਰੰਭਕ ਪੰਕਤੀ ਦੇ ਵਿੱਚ ਕਿਰਪਾਲਤਾ ਕੀਤੀ, ਸਾਜਨ ਸੰਤ ਕਰੋ ਇਹ ਕਾਮ। ਹੇ ਸੱਜਣੋ, ਹੇ ਸੰਤ ਜਨੋ, ਇਸ ਸੰਸਾਰ ਦੇ ਅੰਦਰ ਤੁਸੀਂ ਜਿੰਨਾ ਵੀ ਇਹ ਸਾਨੂੰ ਅਸੀਂ ਕਿਉਂਕਿ ਬਾਣੀ ਵਿੱਚੋਂ ਪੜ੍ਹਦੇ ਹਾਂ, ਸਭੇ ਸਾਂਝੀ ਵਾਲ ਸਦਾਇਨ, ਸਭਨਾ ਮਨੁੱਖਤਾ ਵਾਸਤੇ ਇਹ ਉਪਦੇਸ਼ ਹੈ। ਇਹ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਔਰ ਸਮਝਾਉਣ ਦਾ ਯਤਨ ਕੀਤਾ ਵੀ ਇਹ ਜਿੰਨਾ ਵੀ ਅਸੀਂ ਹੋਰ ਇਤਿਆਦਕ ਜੰਜਾਲ ਆਰੰਭੀ ਬੈਠੇ ਹਾਂ, ਪਸਾਰੀ ਬੈਠੇ ਹਾਂ, ਪਾਤਸ਼ਾਹ ਨੇ ਕਿਹਾ ਵੀ ਇਹ ਠੀਕ ਹੈ। ਇੱਕ ਪਾਸੇ ਅਸੀਂ ਕਿਰਤ ਵਿਵਹਾਰ ਦੀ ਗੱਲ ਕਰਦੇ ਹਾਂ, ਇਸ ਸੰਸਾਰ ਦੇ ਅੰਦਰ ਆਪਣਾ ਜੀਵਨ ਨਿਰਵਾਹ ਕਰਨ ਵਾਸਤੇ ਕੁਝ ਨਾ ਕੁਝ ਆਹਾਰ ਕਰਨ ਵਾਸਤੇ ਸਤਿਗੁਰੂ ਨੇ ਵੀ ਪ੍ਰੇਰਿਤ ਕੀਤਾ, ਪਰ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜੀ ਇਹ ਪਕੜ ਹੈ, ਇਸ ਪਕੜ ਨੂੰ ਤੱਜ ਕੇ ਇਹ ਜਿਹੜਾ ਸਾਡੇ ਮਨ ਦੇ ਅੰਦਰ ਵੱਖੋ ਵੱਖਰੇ ਤਰੀਕਿਆਂ ਦੇ ਖਿਆਲਾਤ ਬਣਨੇ ਸ਼ੁਰੂ ਹੋ ਗਏ, ਸੰਕਲਪ ਬੁਣਨੇ ਅਸੀਂ ਸ਼ੁਰੂ ਕਰ ਦਿੱਤੇ। ਸਾਹਿਬ ਕਹਿੰਦੇ ਵੀ ਇਹ ਸਭ ਕੁਝ ਇੱਕ ਪਾਸੇ ਰੱਖ ਕੇ, ਇਹਨਾਂ ਨੂੰ ਤੱਜ ਕੇ, ਇਹ ਛੱਡ ਕੇ ਤੁਸੀਂ ਇਹ ਕੰਮ ਕਰੋ। ਪਾਤਸ਼ਾਹ ਨੂੰ ਪੁੱਛੀਏ ਸਤਿਗੁਰੂ ਕਿਹੜਾ ਕੰਮ? ਤੇ ਮਹਾਰਾਜ ਕਹਿੰਦੇ ਆਣ ਤਿਆਗ ਜਪੋ ਹਰ ਨਾਮ। ਆਣ ਤਿਆਗ ਦੇ ਅਰਥ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਨੇ 2 ਤਰ੍ਹਾਂ ਦੇ ਕੀਤੇ। ਪਹਿਲੇ ਅਰਥ ਉਹਨਾਂ ਕੀਤੇ, ਕਹਿੰਦੇ ਵੀ ਜਿਹੜਾ ਆਣ ਹੈ ਨਾ, ਆਣ ਤੋਂ ਭਾਵ ਹੈ ਇੱਕ ਪਰਮਾਤਮਾ ਤੋਂ ਬਗੈਰ ਕਿਸੇ ਹੋਰ ਪ੍ਰਤੀ, ਕਿਸੇ ਹੋਰ ਦੀ ਮੁਤਾਜੀ, ਕਿਸੇ ਹੋਰ ਦਾ ਸਾਡੇ ਮਨ ਦੇ ਅੰਦਰ ਭੈ ਪੈਦਾ ਹੋ ਜਾਣਾ। ਉਹ ਕਹਿੰਦੇ ਵੀ ਇੱਕ ਪਰਮਾਤਮਾ ਤੋਂ ਬਗੈਰ, ਇੱਕ ਨਿਰੰਕਾਰ ਤੋਂ ਬਗੈਰ, ਅਕਾਲ ਪੁਰਖ ਵਾਹਿਗੁਰੂ ਤੋਂ ਵੱਡਾ ਇਸ ਸੰਸਾਰ ਵਿੱਚ ਕੋਈ ਨਹੀਂ, ਔਰ ਨਾ ਹੀ ਕੋਈ ਉਹਦੇ ਵਰਗਾ ਇਸ ਸੰਸਾਰ ਵਿੱਚ ਹੋ ਸਕਦਾ ਹੈ। ਤਾਂ ਹੀ ਤੇ ਮਹਾਰਾਜ ਦੀ ਬਾਣੀ ਨੇ ਇਹ ਸਾਡੇ ਝੋਲੀ ਵਿੱਚ ਬਚਨ ਪਾਏ। ਸਾਹਿਬ ਕਹਿੰਦੇ ਮੈਂ ਹੋਰ ਪਾਸੇ, ਕਿਸੇ ਆਉਣ ਵਾਲੇ ਪਾਸੇ ਤਾਂ ਜਾਵਾਂ ਜੇ ਮੈਨੂੰ ਇਹ ਗੱਲ ਪਤਾ ਹੋਵੇ ਵੀ ਰੱਬ ਵਰਗਾ, ਪਰਮਾਤਮਾ ਵਰਗਾ ਦੂਜਾ ਹੈ। ਤੇ ਸਾਹਿਬ ਨੇ ਇਹ ਬਚਨ ਕਹਿ ਦਿੱਤੇ, ਕਹਿੰਦੇ ਹੋਰ ਸ਼ਰੀਕ ਹੋਵੇ ਕੋਈ ਤੇਰਾ, ਤਿਸ ਅੱਗੇ ਤੁਧ ਆਖਾ ਪਾਤਸ਼ਾਹ ਤੇਰਾ ਸ਼ਰੀਕ। ਸ਼ਰੀਕ ਤੋਂ ਭਾਵ ਹੈ ਬਰਾਬਰ ਦਾ।
तेरी बराबरता करन वाला, तेरे बराबर दा, तेरे वर्गा कोई होर संसार विच होवे ते मैं ओहदे अगे जाके अपनी बिरथा आखां, अपनी अरजोई कहां, अपनी बेनती कहां। होर शरीक होवे कोई तेरा तिस अगे तुद आखां, तुद अगे तुदै सलाही मैं अंधे नाओ सुजाखा। पातशाह तेरे अगे मैं तेरी उपमा, तेरी वडियाई करनी है। पातशाह कह लगे भी आन अपने हिरदे विचों कढ के भी ओहदे वर्गा कोई होर होवेगा ते बंदा उस पासे तुर पए, ओहदे वर्गा होर होवेगा। जिहो जी वडियाई सतगुरु तो सानू प्राप्त होनी, उहो जी वडियाई किसी होर तो प्राप्त नहीं होनी। श्रीमान भाई साहब भाई गुरदास साहब जी ने ਵੱਖ-ਵੱਖ ਉਦਾਹਰਨਾਂ ਦੇ ਕਰਕੇ ਇਸ ਆਣ ਦੀ ਵਿਆਖਿਆ ਕੀਤੀ। ਭਾਈ ਸਾਹਿਬ ਕਹਿੰਦੇ ਵੀ ਕੋਈ ਵੀ ਹੈ, ਉਹਨਾਂ ਤਿੰਨ ਉਦਾਹਰਨਾਂ ਵਿੱਚ ਦੱਸਿਆ ਵੀ ਜੇ ਤੇ ਆਪਣੇ ਮੂਲ ਨਾਲ ਜੁੜੇ ਰਹੀਏ ਨਾ, ਜਦੋਂ ਤੱਕ ਆਪਣੇ ਇਸ਼ਟ ਨਾਲ ਜੁੜੇ ਰਹੀਏ, ਆਪਣੇ ਮੁਰਸ਼ਿਦ ਨਾਲ ਜੁੜੇ ਰਹੀਏ, ਆਪਣੇ ਸੋਮੇ ਨਾਲ ਜੁੜੇ ਰਹੀਏ ਤੇ ਇਸ ਸੰਸਾਰ ਦੇ ਅੰਦਰ ਵਡਿਆਈ ਪ੍ਰਾਪਤ ਹੁੰਦੀ ਹੈ। ਸਾਰੇ ਆਖਦੇ ਵੀ ਇਹ ਖਸਮ ਵਾਲਾ ਹੈ। ਆਪਾਂ ਆਮ ਸਮਾਜ ਵਿੱਚ ਵਿਚਰਦੇ ਆ, ਵੇਖਦੇ ਆ, ਕੋਈ ਕਿਸੇ ਦਾ ਪਾਲਤੂ ਜਾਨਵਰ ਵੀ ਹੋਵੇ ਨਾ, ਕੁੱਤਾ ਹੋਵੇ, ਬਿੱਲੀ ਹੋਵੇ ਜਾਂ ਕੁਝ ਵੀ ਹੋਵੇ, ਉਹ ਜਦੋਂ ਉਹਦੇ ਹੱਥ ਵਿੱਚ ਰੱਸਾ ਫੜਿਆ ਤੇ ਆਮ ਸਮਾਜ ਦੇ ਅੰਦਰ ਦੁਨੀਆ ਵਿੱਚ ਤੁਰਨ ਫਿਰਨ ਵਾਲੇ ਲੋਕ ਆਵਾਰਾ ਕੁੱਤਿਆਂ ਨੂੰ ਤੇ ਡਾਂਗ ਸੋਟਾ ਇੱਟ ਰੋੜਾ ਮਾਰ ਦੇਣ ਤੇ ਵੱਖਰੀ ਗੱਲ ਹੈ, ਪਰ ਪਾਲਤੂ ਕੁੱਤੇ ਉਹ ਕਹਿੰਦਾ ਵੀ ਇਹ ਮੇਰਾ ਪਾਲਿਆ ਹੋਇਆ ਹੈ, ਇਹਨੂੰ ਇਦਾਂ ਕੋਈ ਕੁਝ ਕਹਿ ਨਹੀਂ ਸਕਦਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੇ ਵੀ ਕਿਰਪਾ ਕੀਤੀ। ਬਾਬਾ ਕਬੀਰ ਸਾਹਿਬ ਵਰਗੇ ਮਹਾਂਪੁਰਸ਼ਾਂ ਨੇ ਸਮਝਾਇਆ, ਕਹਿ ਲੱਗੇ ਅਕਾਲ ਪੁਰਖ ਵਾਹਿਗੁਰੂ ਦਾ ਮੈਂ ਕੂਕਰ ਹਾਂ ਤੇ ਉਸ ਪਰਮਾਤਮਾ ਨੂੰ ਮੇਰੀ ਲਾਜ ਹੈ, ਉਹਨੂੰ ਮੇਰੀ ਪਰਵਾਹ ਹੈ ਵੀ ਇਹ ਮੇਰੇ ਘਰ ਦਾ ਕੂਕਰ ਹੈ, ਮੇਰੇ ਘਰ ਦਾ ਸੇਵਕ ਹੈ। ਤੇ ਸਤਿਗੁਰੂ ਕਹਿੰਦੇ ਜਿੱਦਣ ਸਾਡੇ ਮਨ ਅੰਦਰ ਇਹ ਵਿਸ਼ਵਾਸ ਬਣ ਗਿਆ, ਭਰੋਸਾ ਬਣ ਗਿਆ, ਜਿਸ ਦਿਨ ਅਸੀਂ ਆਪਣਾ ਆਪ ਸਭ ਕੁਝ ਸਤਿਗੁਰੂ ਨੂੰ ਸਮਰਪਿਤ ਕਰ ਦਿੱਤਾ, ਇਹ ਸ਼ਬਦ ਸਾਡੀ ਜ਼ੁਬਾਨ ਤੋਂ ਨਿਕਲਨੇ ਆਪਣੇ ਆਪ ਉਚਾਰਨ ਹੋ ਗਏ ਨਾ ਵੀ ਹਉ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ। ਤੇ ਸੱਚ ਜਾਣਿਓ ਜਿਸ ਦਿਨ ਅਸੀਂ ਆਪਣਾ ਆਪ ਗੁਰੂ ਅੱਗੇ ਵੀ ਸਤਿਗੁਰੂ ਅਸੀਂ ਤੇਰੇ ਕਰਦੇ ਹਾਂ, ਤੇਰੇ ਤੋਂ ਬਗੈਰ ਇਸ ਸੰਸਾਰ ਵਿੱਚ ਸਾਡਾ ਦੂਜਾ ਹੈ ਕੋਈ ਨਹੀਂ, ਵੇਖਿਆ ਹੀ ਕਿਸੇ ਵੱਲੇ। ਜਿਸ ਦਿਨ ਵਿਸ਼ਵਾਸ ਭਰੋਸਾ ਬਣ ਗਿਆ ਨਾ, ਜਿਹੜੇ ਤੁਸੀਂ ਸ਼ਬਦ ਪੜ੍ਹਦੇ ਹੋ ਨਾ ਵੀ ਤੇਰਾ ਭਰੋਸਾ ਹੈ ਪਿਆਰੇ, ਮੈਂ ਲਾਡ ਲਡਾਇਆ, ਕਿੰਨੇ ਪਿਆਰ ਦੇ ਨਾਲ ਇਹ ਸ਼ਬਦ ਝੋਲੀ ਵਿੱਚ ਪਾਏ ਵੀ ਸਤਿਗੁਰੂ ਮਹਾਰਾਜ ਦੀ ਬਾਣੀ ਨੇ ਵਾਰ-ਵਾਰ ਇਹ ਸ਼ਬਦ ਝੋਲੀ ਵਿੱਚ ਪਾਏ। ਸਾਹਿਬ ਕਹਿੰਦੇ ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ। ਪਾਤਸ਼ਾਹ ਕਹਿੰਦੇ ਵੀ ਮੈਨੂੰ ਭਰੋਸਾ ਹੀ ਤੇਰਾ ਹੈ, ਤੇਰੇ ਤੋਂ ਬਗੈਰ ਕਿਸੇ ਹੋਰ ਆਣ ਵੱਲ ਮੈਂ ਵੇਖਦਾ ਹੀ ਨਹੀਂ ਵੀ ਕੋਈ ਹੋਰ ਵੀ ਹੈ। ਭਾਈ ਗੁਰਦਾਸ ਸਾਹਿਬ ਦੀਆਂ ਉਦਾਹਰਨਾਂ ਸਾਂਝੀਆਂ ਕਰਨ ਲੱਗਾ ਸਾਂ। ਪਹਿਲੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਬਛਰਾ ਵਿਛਰ ਪਰੈ ਆਣ ਗਾਏ ਥਨ। ਕਹਿੰਦੇ ਵੀ ਇੱਕ ਵੱਛਾ, ਕਹਿੰਦੇ ਵੀ ਉਹ ਆਪਣੀ ਮਾਤ ਨੂੰ ਛੱਡ ਕੇ, ਜਿਸ ਗਾਂ ਨੇ ਉਸ ਨੂੰ ਜਨਮ ਦਿੱਤਾ ਹੈ ਉਹਨੂੰ ਤੱਜ ਕੇ, ਉਹਨੂੰ ਛੱਡ ਕੇ, ਉਹਦੇ ਤੋਂ ਵਿਛੜ ਕੇ ਆਣ ਗਾਏ ਥਨ। ਕਹਿੰਦੇ ਵੀ ਕਿਸੇ ਹੋਰ ਗਾਂ ਦੇ ਅਸਥਨਾਂ ਨੂੰ ਆਪਣੇ ਮੂੰਹ ਵਿੱਚ ਪਾਏ ਦੁੱਧ ਚੁੰਗਣ ਵਾਸਤੇ। ਤੇ ਭਾਈ ਸਾਹਿਬ ਕਹਿੰਦੇ ਵੀ ਜਿਸ ਗਾਂ ਨੇ ਉਹਨੂੰ ਜਨਮ ਹੀ ਨਹੀਂ ਦਿੱਤਾ ਕਿ ਉਹ ਗਾਂ ਉਹਨੂੰ ਆਪਣੇ ਥਣਾਂ ਵਿੱਚੋਂ ਦੁੱਧ ਚੁੰਘਾਉਂਦੀ ਹੈ, ਦੁੱਧ ਪਿਲਾਉਂਦੀ ਹੈ। ਭਾਈ ਸਾਹਿਬ ਕਹਿੰਦੇ ਜੈਸੇ ਬਛਰਾ ਵਿਛਰ ਪਰੈ ਆਣ ਗਾਏ ਥਨ, ਦੁੱਗਧ ਨ ਪਾਨ ਕਰੈ ਮਾਰਤ ਹੈ ਲਾਤ ਕੀ। ਕਹਿੰਦੇ ਉਹਨੂੰ ਦੁੱਧ ਨਹੀਂ ਚੁੰਘਾਉਂਦੀ, ਉਹ ਗਾਂ ਨੂੰ ਦੁੱਧ ਨਹੀਂ ਪਿਲਾਉਂਦੀ, ਸਗੋਂ ਲੱਤ ਦੀ ਛੜ ਮਾਰਦੀ ਹੈ, ਉਹਨੂੰ ਪਰੇ ਵਗਾ ਮਾਰਦੀ ਹੈ, ਉਹ ਆਪਣੇ ਅਸਥਾਨਾਂ ਦੇ ਵਿੱਚੋਂ ਉਹਨੂੰ ਦੁੱਧ ਨਹੀਂ ਚੁੰਘਾਉਂਦੀ। ਦੂਜੀ ਗੱਲ ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਮਾਨ ਸਰ ਤਿਆਗ ਹੰਸ ਆਨ ਸਰ ਜਾਤ। ਕਹਿੰਦੇ ਵੀ ਜਿਵੇਂ ਹੰਸ ਹੈ, ਉਹਦੀ ਜਿਹੜੀ ਸਰੀਰ ਦੀ ਖੁਰਾਕ ਹੈ ਸੁੱਚੇ ਮੋਤੀ, ਉਹਨੇ ਮਾਨਸਰ ਤੋਂ, ਤੇ ਭਾਈ ਸਾਹਿਬ ਕਹਿੰਦੇ ਹੰਸ ਮਾਨਸਰ ਨੂੰ ਤਿਆਗਦਾ ਹੈ, ਛੱਡਦਾ ਹੈ ਤੇ ਆਨਸਰ ਚਲੇ ਜਾਏ ਹੋਰ ਸਰੋਵਰਾਂ ਤੇ ਹੋਰ ਆਸੇ-ਪਾਸੇ, ਉਹ ਆਪਣੇ ਸਰੀਰ ਦੀ ਖੁਰਾਕ ਵਾਸਤੇ ਮੋਤੀਆਂ ਦੀ ਭਾਲ ਵਾਸਤੇ ਤੁਰਿਆ ਫਿਰੇ, ਕਦੀ ਫਲਾਨੀ ਥਾਂ, ਕਦੇ ਉਧਰ, ਕਦੇ ਇੱਧਰ, ਕਦੇ ਉਧਰ। ਭਾਈ ਸਾਹਿਬ ਕਹਿੰਦੇ ਉਹਨੂੰ ਸੁੱਚੇ ਮੋਤੀ ਮਿਲਣਗੇ। ਸੁੱਚੇ ਮੋਤੀ ਤੇ ਉੱਥੋਂ ਹੀ ਮਿਲਨੇ ਨਾ ਜਿੱਥੇ ਹੋਏ। ਆਨੰਦ ਤੇ ਗੁਰੂ ਪਿਆਰ ਵਾਲੇ ਉੱਥੋਂ ਹੀ ਪ੍ਰਾਪਤ ਹੋਵੇਗਾ ਜਿੱਥੇ ਹੋਇਆ।
ਅਧਿਆਤਮਿਕ ਸ਼ਾਂਤੀ ਸਾਡੀ ਰੂਹ ਦੀ ਖੁਰਾਕ, ਸਾਡੇ ਤਨ ਦੀ ਖੁਰਾਕ, ਸਾਡੇ ਮਤ ਬੁੱਧ ਹੈ ਗੁਰੂ ਦੇ ਚਰਨਾਂ ਵਿੱਚ ਅਸੀਂ ਜੋੜਨ ਵਾਸਤੇ ਆਉਣੇ, ਤੇ ਉੱਥੇ ਜੁੜੇਗੀ ਜਿੱਥੇ ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਹੋਈ। ਤੇ ਯਾਦ ਰੱਖਿਓ, ਜਿੱਥੇ ਝੂਠ ਹੋਇਆ, ਫਰੇਬ ਹੋਇਆ, ਜਿੱਥੇ ਇਹ ਹੋਵੇ ਵੀ ਆਹ ਕਰੋ ਤੇ ਇਦਾਂ ਹੋਵੇਗਾ, ਆਹ ਕਰੋ ਤੇ ਇਦਾਂ ਹੋਵੇਗਾ, ਸਾਹਿਬ ਕਹਿੰਦੇ ਉਹ ਉਸ ਹੰਸ ਦੇ ਵਾਂਗ ਹੈ, ਮਾਨਸਰ ਨੂੰ ਤੱਜ ਕੇ ਚਲੇ ਤੇ ਗਿਆ ਵੀ ਹੋ ਸਕਦਾ ਹੈ ਵੀ ਜੋ ਕੁਝ ਮੈਨੂੰ ਇੱਥੋਂ ਪ੍ਰਾਪਤ ਹੁੰਦਾ ਹੈ ਦੂਜੇ ਪਾਸਿਓਂ ਮਿਲ ਜਾਏ। ਭਾਈ ਸਾਹਿਬ ਕਹਿੰਦੇ ਜੈਸੇ ਮਾਨਸਰ ਤਿਆਗ ਹੰਸ ਆਨਸਰ ਜਾਤ ਖਾਤ ਨਾ ਮੁਕਤਾ ਫਲ, ਭੁਗਤ ਜੋ ਗਾਤ ਕੀ ਕਹਿੰਦੇ ਉਹਨੂੰ ਮੁਕਤਾ ਫਲ, ਸੁੱਚੇ ਮੋਤੀ ਪ੍ਰਾਪਤ ਨਹੀਂ ਹੋਏ, ਮੋਤੀਆਂ ਦਾ ਫਲ ਨਹੀਂ ਪ੍ਰਾਪਤ ਹੋਇਆ। ਭੁਗਤ ਜੋ ਗਾਤ ਕੀ, ਜੋ ਉਹਦੇ ਸਰੀਰ ਦੀ ਖੁਰਾਕ ਹੈ, ਗਾਤ ਕਹਿੰਦੇ ਨੇ ਸਰੀਰ ਨੂੰ, ਜੋ ਉਹਦੇ ਸਰੀਰ ਦੀ ਖੁਰਾਕ ਹੈ ਉਹ ਉਹਨੂੰ ਪ੍ਰਾਪਤ ਨਹੀਂ ਹੋਈ। ਤੀਜੀ ਗੱਲ ਵਿੱਚ ਭਾਈ ਸਾਹਿਬ ਕਹਿੰਦੇ ਜੈਸੇ ਰਾਜ ਦੁਆਰ ਤਜ ਆਣ ਦੁਆਰ ਜਾਤ ਜਨ, ਭਾਈ ਸਾਹਿਬ ਕਹਿੰਦੇ ਜਿਵੇਂ ਇੱਕ ਸੇਵਕ ਹੈ ਰਾਜੇ ਦੇ ਘਰ ਵਿੱਚ ਚਾਕਰੀ ਕਰਦਾ ਹੈ, ਤੇ ਰਾਜੇ ਦੇ ਦੁਆਰ ਨੂੰ ਛੱਡ ਕੇ ਕਿਸੇ ਦੂਜੇ ਨੇ ਕਹਿ ਦਿੱਤਾ ਵੀ ਜੇ ਇਹ ਰਾਜਾ ਤੈਨੂੰ 5000 ਤਨਖਾਹ ਦਿੰਦਾ ਮੈਂ 7 ਦੇਵਾਂਗਾ 10 ਦੇਵਾਂਗਾ, ਇਹਦੇ ਘਰੋਂ ਛੱਡ ਕੇ ਤੇ ਮੇਰੇ ਘਰ ਆ ਜਾ। ਉਹਨੇ ਕਿਹਾ ਵੀ ਠੀਕ ਹੈ, 10,000 ਮਿਲਦਾ, ਇੱਥੋਂ 5 ਮਿਲਦਾ, ਉਧਰੋਂ ਵਧੇਰੇ ਮਿਲ ਰਿਹਾ ਹੈ, ਉਧਰ ਜਾਣਾ ਹੈ। ਭਾਈ ਸਾਹਿਬ ਕਹਿੰਦੇ ਚਲੇ ਤੇ ਗਿਆ, ਜੈਸੇ ਰਾਜ ਦੁਆਰ ਤਜ ਆਣ ਦੁਆਰ ਜਾਤ ਜਨ, ਕਹਿੰਦੇ ਵੀ ਉੱਥੇ ਚਲੇ ਗਿਆ ਲਾਲਚ ਕਰਕੇ ਵੀ ਮੈਨੂੰ ਉੱਥੇ ਧਨ ਜ਼ਿਆਦਾ ਮਿਲਣਾ ਹੈ, ਉੱਥੇ ਪੈਸੇ ਜ਼ਿਆਦਾ ਮਿਲਣੇ, ਉੱਥੇ ਪਦਾਰਥ ਜ਼ਿਆਦਾ ਮਿਲਣੇ, ਸਭ ਕੁਝ ਹੈ। ਭਾਈ ਸਾਹਿਬ ਕਹਿੰਦੇ ਹੋਤ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹਦਾ ਮਾਣ, ਜਿਹੜਾ ਸਤਕਾਰ, ਜਿਹੜੀ ਇੱਜ਼ਤ ਹੈ ਉਸ ਰਾਜੇ ਦੇ ਘਰ ਵਿੱਚ ਸੀ ਨਾ, ਹੋਤ ਮਾਨ ਭੰਗ। ਭਾਈ ਸਾਹਿਬ ਕਹਿੰਦੇ ਉਸ ਰਾਜੇ ਦੇ ਘਰ ਵਿੱਚ ਜਾ ਕੇ ਉਹਦਾ ਮਾਣ ਭੰਗ ਹੋ ਗਿਆ, ਇੱਜ਼ਤ ਨਹੀਂ ਕੋਈ ਵੀ ਦੇ ਰਿਹਾ, ਕੋਈ ਵਡਿਆਈ ਨਹੀਂ ਮਿਲ ਰਹੀ। ਮਹਿਮਾ ਨਾ ਕਾਹੂ ਬਾਤ ਕੀ, ਕਿਸੇ ਵੀ ਗੱਲ ਦੀ ਮਹਿਮਾ ਵਡਿਆਈ ਹੁੰਦੀ ਨਹੀਂ। ਜਿਵੇਂ ਪਹਿਲਾਂ ਰਾਜਾ ਕਹਿ ਦਿੰਦਾ ਸੀ ਨਾ ਕੋਈ ਚੰਗਾ ਕੰਮ ਕੀਤਾ, ਉਹਨੇ ਕਿਹਾ ਫਲਾਣਿਆ ਬੜਾ ਸੋਹਣਾ ਕੰਮ ਕੀਤਾ, ਤੈਨੂੰ ਅੱਜ ਮੈਂ ਆਹ ਦਿੱਤਾ, ਤੈਨੂੰ ਚੰਗਾ ਕੱਪੜਾ ਦਿੱਤਾ, ਤੈਨੂੰ ਚੰਗੀ ਆਹ ਚੀਜ਼ ਦਿੱਤੇ, ਵਡਿਆਈ ਬੜੀ ਦਿੰਦਾ ਸੀ ਰਾਜਾ। ਜਦੋਂ ਹੁਣ ਮਹਿਸੂਸ ਹੋਇਆ ਨਾ ਵੀ ਮੇਰਾ ਤੇ ਮਾਣ ਵੀ ਇਸ ਰਾਜ ਵਿੱਚ ਆ ਕੇ ਘਟ ਗਿਆ, ਇਸ ਘਰ ਵਿੱਚ ਆ ਕੇ ਘਟ ਗਿਆ, ਮੇਰੀ ਗੱਲ ਦੀ ਵੀ ਕੋਈ ਪ੍ਰਸ਼ੰਸਾ ਨਹੀਂ ਕਰਦਾ, ਹੁਣ ਬੰਦੇ ਦੇ ਮਨ ਅੰਦਰ ਨਾ ਇੱਕ ਖਿਆਲਾਤ ਪੈਦਾ ਹੁੰਦਾ ਹੈ, ਕਹਿੰਦਾ ਵੀ ਮੈਂ ਬੜੀ ਵੱਡੀ ਗਲਤੀ ਕਰ ਬੈਠਾ, ਬੜੀ ਵੱਡੀ ਮੇਥੋਂ ਗੁਸਤਾਖੀ ਹੋ ਗਈ ਵੀ ਉਸ ਰਾਜੇ ਦੇ ਘਰ ਵਿੱਚ ਭਾਵੇਂ ਮੈਨੂੰ 5000 ਮਿਲਦਾ ਸੀ ਪਰ ਉੱਥੇ ਮੇਰੀ ਇੱਜ਼ਤ ਸੀ, ਉੱਥੇ ਮੇਰੀ ਗੱਲ ਦੀ ਪ੍ਰਸ਼ੰਸਾ ਸੀ, ਇੱਥੇ ਹੋਤ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ, ਇੱਥੇ ਕੋਈ ਗੱਲ ਦੀ ਵਡਿਆਈ ਨਹੀਂ, ਕਿਸੇ ਗੱਲ ਦੀ ਮਹਿਮਾ ਨਹੀਂ, ਮੇਰਾ ਮਾਣ ਭੰਗ ਹੋ ਗਿਆ, ਮੇਰੀ ਵਡਿਆਈ ਖਤਮ ਹੋ ਗਈ। ਤੇ ਇਹਨਾਂ ਗੱਲਾਂ ਤੋਂ ਬਾਅਦ ਭਾਈ ਸਾਹਿਬ ਕਹਿੰਦੇ ਤੈਸੇ ਗੁਰ ਸਿੱਖ ਆਨ ਦੇਵ ਕੀ ਸ਼ਰਨ ਜਾਹੇ। ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਸਿੱਖ ਕਿਸੇ ਹੋਰ ਦੇਵੀ ਦੇਵਤੇ ਦੀ ਜਾਂ ਹੋਰ ਦੰਮੀ ਪਖੰਡੀ ਦੀ ਦੇਹਧਾਰੀ ਗੁਰੂ ਦੀ ਸ਼ਰਨ ਵਿੱਚ ਚਲਾ ਜਾਏ, ਕਿਸੇ ਹੋਰ ਦੇ ਕੋਲ ਚਲਾ ਜਾਏ, ਯਾਦ ਰੱਖਿਓ ਜਿਹੜਾ ਆਨੰਦ, ਜਿਹੜਾ ਰਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਬੈਠ ਕੇ ਤੁਹਾਨੂੰ ਪ੍ਰਾਪਤ ਹੋਣਾ ਹੈ ਤੇ ਮਿਲਣਾ ਹੈ, ਉਹ ਕਿਸੇ ਵੀ ਹੋਰ ਦੂਜੀ ਥਾਂ ਤੋਂ ਕਦੇ ਨਹੀਂ ਮਿਲ ਸਕਦਾ, ਕਦੇ ਨਹੀਂ ਮਿਲ ਸਕਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਤੈਸੇ ਗੁਰ ਸਿੱਖ ਆਨ ਦੇਵ ਕੀ ਸ਼ਰਨ ਜਾਏ, ਰਹਿਓ ਨਾ ਪਰਤ ਰੱਖ ਸਕਤ ਨਾ ਪਾਤ ਕੇ। ਕਹਿੰਦੇ ਉਹ ਆਪਣੀ ਪੱਤ ਢੱਕ ਹੀ ਨਹੀਂ ਸਕਦਾ, ਕਿਉਂਕਿ ਪਰਦਾ ਤੇ ਗੁਰੂ ਕੱਜਦਾ ਹੈ ਨਾ। ਅਸੀਂ ਸਤਿਗੁਰੂ ਦੀ ਬਾਣੀ ਵਿੱਚ ਇਸੇ ਵਾਸਤੇ ਪੜ੍ਹਦੇ ਹਾਂ ਨਾ ਵੀ ਸਤਿਗੁਰ ਰਾਖ ਲਿਆ ਇਹ ਸੰਸਾਰ ਅੰਦਰ, ਮੈਨੂੰ ਪਾਪੀ ਨੂੰ, ਮੈਨੂੰ ਗੁਨਾਹਗਾਰ ਨੂੰ ਸਤਿਗੁਰੂ ਨੇ ਰੱਖ ਲਿਆ, ਵਡਿਆਈ ਝੋਲੀ ਚ ਪਾ ਦਿੱਤੀ। ਮੋਹੇ ਪਾਪੀ ਪਰਦਾ, ਮੇਰੇ ਪਾਪੀ ਦਾ ਪਰਦਾ ਸਤਿਗੁਰੂ ਨੇ ਕੱਜਿਆ ਹੈ ਨਾ। ਦੁਨੀਆ ਦੇ ਹੋਰ ਜਿੱਥੇ ਮਰਜ਼ੀ ਚਲੇ ਜਾਓ, ਆਮ ਸਮਾਜ ਦਾ ਸੁਭਾਅ ਹੈ ਵੀ ਪਰਦਾ ਚੁੱਕਣਾ, ਵੱਧ ਤੋਂ ਵੱਧ ਲੋਕਾਂ ਨੂੰ ਦੱਸਣਾ ਵੀ ਆਹ ਵੇਖੋ ਜਿਹਨੂੰ ਤੁਸੀਂ ਰੱਬ ਮੰਨਦੇ ਸੀ ਆਹ ਬੈਠਾ ਜੇ, ਜਿਹਨੂੰ ਤੁਸੀਂ ਕਹਿੰਦੇ ਸੀ ਫਲਾਣਾ ਆਹ ਵੇਖ ਲਓ ਇਹਦੀ ਕਰਤੂਤ ਹੈ। ਪਰ ਸਤਿਗੁਰੂ ਇਸ ਸੰਸਾਰ ਦੇ ਅੰਦਰ ਮੁੱਢ ਕਦੀਮਾ ਤੋਂ ਸੁਭਾਅ ਹੈ ਵੀ ਜਿੰਨੇ ਆਉਣ। ਭਾਈ ਸਾਹਿਬ ਜੀ ਨੇ ਮੰਗਲਾਚਰਨ ਦੇ ਰੂਪ ਵਿੱਚ ਜੋ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਪੜ੍ਹੀ ਨਾ, ਤੇ ਇਸ ਪੌੜੀ ਦੇ ਅੰਦਰ 20 ਐਬ ਭਾਈ ਗੁਰਦਾਸ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖੇ। ਤੁਸੀਂ ਪੌੜੀ ਪੜ੍ਹ ਲਿਓ, ਗਿਣ ਕੇ ਵੇਖ ਲਿਓ। ਭਾਈ ਸਾਹਿਬ ਕਹਿੰਦੇ ਵੀ ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ, ਹਉ ਪਰ ਘਰ ਜੋ ਹੰਦਾ,
ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸਾਸ ਘਾਤੀ ਅਕਿਰਤ ਕਨ ਮੋਹ ਕੋ ਨਾ ਰਖੰਦਾ। ਇਹ ਵੀ ਐਬ ਹੈ। ਤੁਸੀਂ ਇਹ ਪੌੜੀ ਪੜਿਓ ਤੇ ਗਿਣ ਕੇ ਵੇਖਿਓ। ਭਾਈ ਸਾਹਿਬ ਕਹਿੰਦੇ ਪਾਪੀ ਮੈਂ, ਅਪਰਾਧੀ ਮੈਂ, ਕਾਮੀ ਮੈਂ, ਅਕਿਰਤ ਕਨ ਮੈਂ, ਵਿਸ਼ਵਾਸਘਾਤੀ ਮੈਂ, ਮੇਰੇ ਅੰਦਰ ਸਾਰੇ ਐਬ ਹੀ ਐਬ ਹੈ। ਪਰ ਅੰਤਲੀ ਪੰਕਤੀ ਵਿੱਚ ਕਹਿ ਦਿੱਤਾ, ਕਹਿੰਦੇ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਕਹਿੰਦੇ ਵੀ ਗੁਰੂ ਬਖਸ਼ਣ ਵਾਲਾ ਹੈ, ਗੁਰੂ ਪਰਦੇ ਪਾਉਣ ਵਾਲਾ ਹੈ। ਗੁਰੂ ਕਦੇ ਵੀ ਪਰਦਿਆਂ ਨੂੰ ਉਛਾਲਦਾ ਨਹੀਂ ਵੀ ਫਲਾਣਾ ਏਦਾਂ ਦਾ ਆ ਗਿਆ, ਇਹਨੇ ਆਹ ਗਲਤੀ ਕੀਤੀ, ਇਹਨੇ ਆਹ ਪਾਪ ਕੀਤਾ। ਮਹਾਰਾਜ ਦੀ ਬਾਣੀ ਚੋਂ ਅਸੀਂ ਪੜ੍ਹਦੇ, ਸਾਹਿਬ ਕਹਿੰਦੇ ਪਿਛਲੇ ਅਵਗੁਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੈ। ਪਿਛਲੇ ਅਵਗੁਣਾਂ ਨੂੰ ਬਖਸ਼ ਕੇ, ਗੁਨਾਹਾਂ ਨੂੰ ਬਖਸ਼ ਕੇ ਅੱਗੇ ਮਾਰਗ ਤੇ ਤੋਰ ਦਿੰਦਾ ਹੈ, ਇੱਕ ਰਾਹ ਦੱਸ ਦਿੰਦਾ। ਸਾਹਿਬ ਕਹਿੰਦੇ ਉਸ ਰਾਹ ਤੇ ਤੁਰਨ ਦਾ ਤੂੰ ਯਤਨ ਕਰ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਆਣ ਤਿਆਗ ਛੱਡ ਦੇ। ਹੋਰ ਜਿੰਨਾ ਵੀ ਤੂੰ ਆਣ ਆਪਣੇ ਮਨ ਵਿੱਚ ਸੋਚੀ ਬੈਠਾ ਵੀ ਫਲਾਣਾ ਵੀ ਹੈ, ਧਿਮਕਾ ਵੀ ਹੈ, ਫਲਾਣਾ ਵੀ ਹੈ, ਉਹ ਵੀ ਹੈ, ਆ ਵੀ, ਸਭ ਕੁਝ ਤੱਜ ਦੇ। ਬਾਬਾ ਕਬੀਰ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿੰਦੇ ਜਬ ਲਗ ਘਟ ਮੈਂ ਦੂਜੀ ਆਨ। ਕਹਿੰਦੇ ਜਦੋਂ ਤੱਕ ਤੇਰੇ ਹਿਰਦੇ ਦੇ ਵਿੱਚ ਕਿਸੇ ਦੂਜੇ ਦੇ ਪ੍ਰਤੀ ਹੈ ਨਾ ਵੀ ਗੁਰੂ ਤੇ ਹੈ ਹੀ ਹੈ, ਪਰ ਗੁਰੂ ਵਰਗਾ ਫਲਾਣਾ ਵੀ ਹੈ, ਗੁਰੂ ਵਰਗਾ ਧਿਮਕਾ ਵੀ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਜਬ ਲਗ ਘਟ ਮੈਂ ਦੂਜੀ ਆਨ, ਤੌਲੋ ਮਹਿਲ ਨਾ ਲੱਭੈ ਜਾਣ। ਕਹਿੰਦੇ ਉਦੋਂ ਤੱਕ ਤੂੰ ਮਹਿਲ ਲੱਭ ਹੀ ਨਹੀਂ ਸਕਦਾ ਜਦੋਂ ਤੱਕ ਤੇਰੇ ਅੰਦਰ ਹੈ ਵੀ ਫਲਾਣਾ ਵੀ ਤਾਕਤਵਰ ਹੈ ਜਾਂ ਰੱਬ ਵਰਗਾ ਹੈ ਜਾਂ ਗੁਰੂ ਵਰਗਾ। ਇਹਨੂੰ ਛੱਡ ਦੇ। ਤੇ ਫਿਰ ਕੀ ਕਰੀਏ? ਕਹਿੰਦੇ ਰਮਤ ਰਾਮ ਸਿਉ ਲਾਗੋ ਰੰਗ, ਕਹਿ ਕਬੀਰ ਤਬ ਨਿਰਮਲ ਅੰਗ। ਕਹਿੰਦੇ ਭਲਿਆ ਤੂੰ ਆਪਣਾ ਨਿਰੰਕਾਰ ਨੂੰ ਅਕੀਦਾ ਭੇਟ ਕਰ। ਰਮਤ ਰਾਮ ਸਿਉ, ਰੱਬ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾ। ਕਹਿ ਕਬੀਰ ਤਬ ਨਿਰਮਲ ਅੰਗ। ਬਾਬਾ ਕਬੀਰ ਸਾਹਿਬ ਕਹਿੰਦੇ ਤੇਰਾ ਨਿਰਮਲ ਅੰਗ ਤਬ ਹੋ ਸਕਦਾ ਹੈ ਜਦੋਂ ਤੂੰ ਸਤਿਗੁਰੂ ਦੇ ਸ਼ਬਦ ਵਿੱਚ ਜੁੜ ਜਾਏ, ਜਦੋਂ ਤੈਨੂੰ ਆਪਣੇ ਗੁਰੂ ਪ੍ਰਤੀ ਇਹ ਅਹਿਸਾਸ ਹੋ ਜਾਏ, ਜਦੋਂ ਤੂੰ ਕਹਿ ਦੇ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਸੇ ਅਸ਼ਟਪਦੀ ਜਦੋਂ ਆਰੰਭ ਹੋਈ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਨਾ ਵੀ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਿਗੁਰੂ ਮੈਂ ਇਸ ਸੰਸਾਰ ਵਿੱਚ ਭਟਕਦਾ ਹੋਇਆ ਬੜਾ ਥਾਂ ਪਰ ਥਾਂ ਤੇਰੀ ਸ਼ਰਨ ਵਿੱਚ ਆ ਗਿਆ ਤੇ ਕਿਰਪਾ ਕਰਕੇ ਭਗਤੀ ਵਿੱਚ ਜੋੜ, ਕਿਰਪਾ ਕਰਕੇ ਬੰਦਗੀ ਦੀ ਦਾਤ ਮੇਰੀ ਝੋਲੀ ਵਿੱਚ ਪਾ। ਇਹ ਮੇਰਾ ਜਿਹੜਾ ਮਨ ਹੈ, ਸੁਰਤ ਹੈ, ਬੜਾ ਥਾਂ ਪਰ ਥਾਂ ਘੁੰਮਦੀ ਰਹੀ, ਭਟਕਦੀ ਰਹੀ। ਬਾਣੀ ਵਿੱਚੋਂ ਪੜ੍ਹਦੇ ਹੋ ਨਾ ਵੀ ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸਹੀ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋ ਫਿਰ ਰਹਿਓ ਕਿਨੈ ਨਾ ਪਰਚੋ ਲਾਇਓ, ਕਹਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਬੜੇ ਸੀ ਕਹਿਣ ਵਾਲੇ, ਬੜਿਆਂ ਨੇ ਧੂਣੀਆਂ ਤਪਾਉਣ ਲਾ ਦਿੱਤਾ, ਬੜਿਆਂ ਨੇ ਛਿਲੇ ਕਢਾਉਣ ਲਾ ਦਿੱਤਾ, ਬੜਿਆਂ ਨੇ ਵਰਤ ਰਖਵਾ ਦਿੱਤੇ, ਬੜਿਆਂ ਨੇ ਪਹਾੜੀ ਦੀਆਂ ਚੋਟੀਆਂ ਤੇ ਬਿਠਾ ਦਿੱਤਾ, ਬੜਾ ਕੁਝ ਕਰਵਾਇਆ ਔਰ ਮੈਂ ਕੀਤਾ। ਪਰ ਪਾਤਸ਼ਾਹ ਕਹਿੰਦੇ ਵੀ ਸਤਿਗੁਰੂ ਆਨੰਦ ਕਿਤੋਂ ਵੀ ਪ੍ਰਾਪਤ ਨਹੀਂ ਹੋਇਆ, ਮੇਰੇ ਮਨ ਦੇ ਅੰਦਰ ਟਿਕਾ ਕੋਈ ਨਹੀਂ ਦੇ ਸਕਿਆ। ਇਸ ਵਾਸਤੇ ਸਤਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ, ਤੇਰੀ ਹਜ਼ੂਰੀ ਵਿੱਚ ਆਇਆ, ਤੇਰੇ ਚਰਨਾਂ ਵਿੱਚ ਆਇਆ, ਸਤਿਗੁਰੂ ਦੀ ਹਜ਼ੂਰੀ ਵਿੱਚ ਆਇਆ। ਮਨ ਦੇ ਅੰਦਰ ਸਭ ਤੋਂ ਪਹਿਲਾਂ ਅਸੀਂ ਜਦੋਂ ਆਉਨੇ ਆ ਨਾ, ਕਈ ਵਾਰ ਅਸੀਂ ਸੁਣਿਆ ਕਦੇ ਵੀ ਜਦੋਂ ਗੁਰੂ ਘਰ ਜਾਈਏ ਜਾਂ ਦਰਬਾਰ ਸਾਹਿਬ ਜਾਈਏ, ਵੱਖਰੀ ਜੀ ਇੱਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਵੱਖਰਾ ਜਿਹਾ ਇੱਕ ਅਹਿਸਾਸ ਪ੍ਰਾਪਤ ਹੁੰਦਾ ਹੈ। ਗੁਰੂ ਘਰ ਦੇ ਦਰ ਦੀ ਸ਼ੋਭਾ ਹੀ ਇਹ ਹੈ। ਇਸੇ ਵਾਸਤੇ ਤੇ ਮਹਾਰਾਜ ਨੇ ਇਹ ਪੰਕਤੀ ਅਸੀਂ ਕਈ ਵਾਰ ਗੁਰੂ ਘਰਾਂ ਵਿੱਚ ਪੜ੍ਹੀ ਹੈ ਨਾ ਵੀ ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਪਾਤਸ਼ਾਹ ਮੈਂ ਤੇ ਇਸ ਵੇਲੇ ਤੋਂ ਕੁਰਬਾਨ ਆ। ਬੜੇ ਇਸ ਸੰਸਾਰ ਵਿੱਚ ਭਟਕਦੇ ਫਿਰਦੇ ਨੇ, ਰੁਲਦੇ ਫਿਰਦੇ ਨੇ, ਬੜੇ ਨੇ ਜਿਹੜੇ ਕੋਈ ਆਪਣੇ ਕੰਮ ਕਾਜਾਂ ਨੂੰ ਭੱਜ ਰਿਹਾ ਹੋਏਗਾ, ਕੋਈ ਕੁਝ ਕਰਨ ਦੀ ਤਿਆਰੀ, ਪਰ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾਤੇ ਦੀ ਗੋਦ ਵਿੱਚ ਬੈਠ ਕੇ, ਝੋਲੀ ਵਿੱਚ ਬੈਠ ਕੇ ਅਕਾਲ ਪੁਰਖ ਦੀ ਉਸਤਤ ਗਾ ਰਿਹਾ। ਇਸ ਤੋਂ ਵੱਡੇ ਭਾਗ ਹੋਰ ਕੀ ਹੋ ਸਕਦੇ ਨੇ? ਇਸ ਤੋਂ ਵੱਡੀ ਮਹਿਮਾ ਸਤਿਗੁਰੂ ਸਿੱਖਾਂ ਨੂੰ ਹੋਰ ਕੀ ਦੇ ਸਕਦਾ ਹੈ? ਮਹਾਰਾਜ ਨੇ ਕਿਹਾ ਨਾ ਵੀ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੈ। ਉਹਨਾਂ ਗੁਰੂ ਦੇ ਸਿੱਖਾਂ ਦੇ ਭਾਗ ਸਭ ਤੋਂ ਵੱਡੇ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਸਤਿਗੁਰੂ ਦੀ ਗੱਲ ਸੁਣਨ ਲੱਗ ਪੈਣ।
ਸਾਹਿਬ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿੰਦੇ ਆਣ ਤਿਆਗ ਛੱਡ ਦੋ, ਤੇ ਸਤਿਗੁਰੂ ਦੇ ਸ਼ਬਦ ਪੜ੍ਹਦੇ ਗੁਰੂ ਅਰਜਨ ਦੇਵ ਸਾਹਿਬ ਦੀ ਇੱਕ ਪੰਕਤੀ ਮਹਾਰਾਜ ਕਹਿੰਦੇ ਤਜ ਗੋਪਾਲ ਜੇ ਆਣ ਲਾਗੇ। ਜੇ ਗੋਪਾਲ ਨੂੰ, ਪਰਮਾਤਮਾ ਨੂੰ, ਸਤਿਗੁਰੂ ਨੂੰ ਤਜਤਾ ਨਾ, ਛੱਡਤਾ, ਤਜ ਗੋਪਾਲ ਜੇ ਆਣ ਲਾਗੇ ਤੇ ਹੁੰਦਾ ਕੀ ਹੈ? ਸਾਹਿਬ ਕਹਿੰਦੇ ਸੇ ਬਹੁ ਪ੍ਰਕਾਰੀ ਰੋਤ ਰੋਂਦੇ ਹੀ ਰਹਿੰਦੇ ਨੇ, ਰੋਂਦੇ ਹੀ ਰਹਿੰਦੇ ਨੇ। ਹਰ ਵਕਤ ਉਹਨਾਂ ਅੰਦਰੋਂ ਪੀੜਾ, ਹਰ ਵਕਤ ਉਹਨਾਂ ਅੰਦਰੋਂ ਦੁੱਖ, ਹਰ ਵਕਤ ਆਪਣੇ ਅੰਦਰੋਂ ਉਹ ਪੀੜਾ ਹੀ ਬਾਹਰ ਕੱਢਦੇ ਨੇ, ਕਿਉਂਕਿ ਇੱਕ ਪਰਮਾਤਮਾ ਨੂੰ ਤਜ ਕੇ ਗੋਪਾਲ ਨੂੰ ਛੱਡ ਕੇ ਕਿਸੇ ਹੋਰ ਪਾਸੇ ਤੁਰ ਪਿਆ ਨਾ। ਇੱਕ ਨਿਰੰਕਾਰ ਦਾ ਪੱਲਾ ਤਜ ਕੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਗਿਆ, ਤੇ ਹੋਰ ਪਾਸਿਓਂ ਆਨੰਦ ਤੇ ਨਹੀਂ ਨਾ ਮਿਲਣਾ ਉੱਥੇ, ਤੇ ਜੋ ਹੈ ਉਹੀ ਮਿਲੇਗਾ ਨਾ। ਜਿਹਨੂੰ ਜਿਵੇਂ ਦਾ ਪੂਜੇਗਾ ਉਹੀ ਕੁਝ ਪ੍ਰਾਪਤ ਹੋਵੇਗਾ। ਸਾਹਿਬ ਕਹਿਣ ਲੱਗੇ ਭਲਿਓ ਜੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨੀ ਤੇ ਆਣ ਆਪਣੇ ਹਿਰਦੇ ਦੇ ਵਿੱਚੋਂ ਖਤਮ ਕਰੋ। ਸਭ ਤੋਂ ਪਹਿਲਾਂ ਇਹ ਆਪਣੇ ਮਨ ਦੇ ਅੰਦਰੋਂ ਦੁਬਦਾ ਖਤਮ ਕਰੋ ਵੀ ਰੱਬ ਵਰਗਾ ਕੋਈ ਹੋਰ ਵੀ ਹੈ, ਗੁਰੂ ਵਰਗਾ ਕੋਈ ਹੋਰ ਵੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਪੜ੍ਹੀਏ ਤੇ ਮਹਾਰਾਜ ਨੇ ਕਿਹਾ ਵੀ ਇਸ ਸੰਸਾਰ ਦੇ ਅੰਦਰ ਅਕਾਲ ਪੁਰਖ ਠੀਕ ਹੈ, ਆਪੋ ਆਪਣੀ ਥਾਂ ਤੇ ਹਰ ਇੱਕ ਧਰਮ ਦਾ ਪੈਗੰਬਰ ਸਤਿਕਾਰਯੋਗ, ਉਹਨਾਂ ਦਾ ਧਰਮ ਹੈ, ਉਹਨਾਂ ਦੇ ਪੈਗੰਬਰਾਂ ਨੇ ਜੋ ਦੱਸਿਆ ਉਹ ਕਰਨ। ਪਰ ਜੇ ਅਸੀਂ ਆਪਣੇ ਆਪ ਨੂੰ ਸਿੱਖ ਆਖਦੇ ਹਾਂ, ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾਉਂਦੇ ਹਾਂ, ਤੇ ਸਤਿਗੁਰੂ ਦੀ ਬਾਣੀ ਪੜਨ ਸੁਣਨ ਵਾਲੇ ਬੈਠੇ ਆ ਪਾਤਸ਼ਾਹ ਦੀ ਹਜ਼ੂਰੀ ਵਿੱਚ, ਅਸੀਂ ਇਹ ਗੱਲ ਪ੍ਰਣ ਵੀ ਗੁਰੂ ਤੋਂ ਬਗੈਰ ਇਸ ਸੰਸਾਰ ਵਿੱਚ ਸਾਡੀ ਪੱਤ ਰੱਖਣ ਵਾਲਾ ਕੋਈ ਨਹੀਂ। ਗੁਰੂ ਇਹ ਸੰਸਾਰ ਅੰਦਰ ਸਾਹਿਬ ਕਹਿੰਦੇ ਆਣ ਤਿਆਗ ਜਪੋ ਹਰ ਨਾਮ। ਦੂਜੇ ਅਰਥਾਂ ਦੇ ਵਿੱਚ ਭਾਈ ਸਾਹਿਬ ਨੇ ਅਰਥ ਕੀਤੇ, ਕਹਿੰਦੇ ਆਣ ਤਿਆਗ ਤੋਂ ਭਾਵ ਹੈ ਜਿਹੜੇ ਹੋਰ ਪਦਾਰਥਾਂ ਦੇ ਮਗਰ ਵੀ ਸਾਡਾ ਧਿਆਨ ਹੈ ਨਾ, ਵੀ ਆ ਵੀ ਮਿਲ ਜਾਏ, ਉਹ ਵੀ ਮਿਲ ਜਾਏ, ਆ ਵੀ ਲੈ ਲਈਏ, ਆ ਵੀ ਇਕੱਠਾ, ਸਭ ਕੁਝ ਹੈ। ਅਸਲ ਵਿੱਚ ਕੀ ਹੈ? ਇੱਕ ਮੈਂ ਕਿਸੇ ਵਿਦਵਾਨ ਦੀ ਗੱਲ ਪੜ੍ਹੀ, ਉਹ ਕਹਿੰਦੇ ਵੀ ਇਸ ਸੰਸਾਰ ਵਿੱਚ ਬੰਦੇ ਨੇ ਆਪਣੇ ਵਾਸਤੇ ਤੇ ਕੁਝ ਵੀ ਨਹੀਂ ਕੀਤਾ, ਆਪਣੇ ਵਾਸਤੇ ਤੇ ਕੁਝ ਵੀ ਨਹੀਂ ਹੈ, ਤੇ ਸਭ ਕੁਝ ਆਉਣ ਵਾਸਤੇ ਹੈ ਨਾ। ਮੈਂ ਕਮਾਈ ਕਰ ਰਿਹਾ ਕਾਹਦੇ ਵਾਸਤੇ? ਆਪਣੇ ਬੱਚਿਆਂ ਵਾਸਤੇ। ਮੇਰੇ ਪਿਤਾ ਨੇ ਕਮਾਈ ਕੀਤੀ ਕਾਹਦੇ ਵਾਸਤੇ? ਵੀ ਸਾਡੇ ਵਾਸਤੇ, ਵੀ ਮੇਰੇ ਬੱਚੇ ਜਿਹੜੇ ਉਹ ਸੈੱਟ ਹੋ ਜਾਣ, ਮੇਰੇ ਬੱਚੇ ਚੰਗੇ ਨੌਕਰੀ ਤੇ ਲੱਗ ਜਾਣ। ਅਸੀਂ, ਸਾਡਾ ਵੀ ਕੰਮ ਇਹ ਹੈ, ਸਾਰਾ ਜੀਵਨ ਹੈ ਹੀ ਆਣ ਤੇ ਟਿਕਿਆ ਹੋਇਆ ਵੀ ਮੈਂ ਆਪਣੇ ਘਰ ਵਾਸਤੇ, ਆਪਣੇ ਬੱਚਿਆਂ ਵਾਸਤੇ ਸਭ ਕੁਝ ਕਰ ਲਵਾਂ। ਪਰ ਉਹ ਇੱਕ ਵਿਦਵਾਨ ਦੇ ਬਚਨ, ਉਹ ਕਹਿੰਦਾ ਜਿਹ ਲੋਗਨ ਕੇ ਹਿਤ ਪਾਪ ਕਰੇ ਮਨ, ਕਹਿੰਦਾ ਵੀ ਜਿਹੜੇ ਲੋਕਾਂ ਵਾਸਤੇ ਮੇਰੇ ਮਨਾਂ ਤੋਂ ਬੜੇ ਪਾਪ ਕੀਤੇ, ਪਾਪ ਹੀ ਕੀਤੇ ਨਾ, ਕਿਉਂਕਿ ਸਤਿਗੁਰੂ ਦੀ ਬਾਣੀ ਇਸ ਗੱਲ ਦੀ ਗਵਾਹੀ ਭਰਦੇ। ਮਹਾਰਾਜ ਕਹਿੰਦੇ ਪਾਪਾਂ ਬਾਝੋਂ ਹੋਵੈ ਨਾਹੀ, ਪਾਪਾਂ ਤੋਂ ਬਗੈਰ ਆਪਣਾ ਘਰ ਨਹੀਂ ਭਰਿਆ ਜਾ ਸਕਦਾ। ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਤੇ ਅੱਜ ਦੇ ਸਮੇਂ ਦੇ ਵਿੱਚ 2 ਟਾਈਮ ਦੀ ਰੋਟੀ ਚਲਾਈ ਜਾਏ ਬੜੀ ਵੱਡੀ ਗੱਲ ਹੈ, ਪਰ ਜਿਹਦੇ ਘਰ ਭਰੇ ਪਏ ਨੇ ਬੜਾ ਕੁਝ ਹੈ, ਤੇ ਪਾਪਾਂ ਤੋਂ ਬਗੈਰ ਨਹੀਂ ਜੇ ਇਕੱਠਾ ਕੀਤਾ, ਪਾਪਾਂ ਤੋਂ ਬਗੈਰ ਨਹੀਂ ਹੱਕ ਸੱਚ ਦੀ ਕਮਾਈ। ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਾਪਾਂ ਬਾਝੋਂ ਹੋਵੈ ਨਾਹੀ, ਮੋਇਆਂ ਸਾਥ ਨਾ ਜਾਈ। ਸਾਹਿਬ ਕਹਿੰਦੇ ਵੀ ਬੜੇ ਪਾਪ ਕੀਤੇ। ਬਾਬਾ ਕਬੀਰ ਸਾਹਿਬ ਦੇ ਬਚਨ ਪੜ੍ਹ ਲਓ, ਕਹਿੰਦੇ ਜਿਹੇ ਪਰਪੰਚ ਕਰ, ਬਹੁਤ ਪਰਪੰਚ ਕਰ ਪਰ ਧਨ ਲਿਆਵੈ। ਕਹਿੰਦੇ ਬੜਾ ਪਰਪੰਚ ਕੀਤਾ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪੈ ਆਣ ਲੁਟਾਵੈ। ਸਾਹਿਬ ਕਹਿੰਦੇ ਪਰਪੰਚ ਬੜਾ ਕੀਤਾ, ਬੜੇ ਵਲਛਲ ਕੀਤੇ, ਬੜਾ ਝੂਠ ਫਰੇਬ ਬੋਲਿਆ, ਬੜਾ ਕੁਝ ਕੀਤਾ ਵੀ ਇਹ ਚੀਜ਼ ਤੇ ਬਿਲਕੁਲ ਸੋਨਾ ਹੈ, ਖਰਾ ਹੈ, ਮਿਲਾਵਟ ਤੇ ਹੈ ਹੀ ਕੋਈ ਨਹੀਂ। ਇਹ ਚੀਜ਼ ਤੇ ਬਿਲਕੁਲ ਲੈ ਜਾਓ, ਇੱਕ ਵਾਰ ਯਾਦ ਕਰੋਗੇ ਫਲਾਣੇ ਤੋਂ ਮੈਂ ਲੈ ਕੇ ਆਇਆ ਸਾਂ, ਹੋਰਾਂ ਨੂੰ ਦੱਸੋਗੇ ਲੈ ਕੇ ਆਇਆ ਸਾਂ, ਤੇ ਜੇ ਕੁਝ ਐਸਾ ਬਣ ਜਾਏ ਚੀਜ਼ ਦੇ ਵਿੱਚ, ਤੇ ਫਿਰ ਕਹਿੰਦਾ ਵੀ ਪਤਾ ਨਹੀਂ ਬੜਿਆਂ ਨੂੰ ਦਿੱਤੀ ਸੀ, ਤੇਰੇ ਤੂੰ ਹੀ ਇਕੱਲਾ ਆਇਆ ਲੈ ਕੇ, ਸ਼ਿਕਾਇਤ ਨਹੀਂ, ਤੇ ਬਾਕੀ ਤੇ ਸਾਰੇ ਫੋਨ ਕਰ ਕਰਕੇ ਕਹਿੰਦੇ ਵੀ ਬੜਾ ਵਧੀਆ ਦਿੱਤਾ। ਤੁਹਾਨੂੰ ਪਤਾ ਆ ਸਮਾਜ ਵਿੱਚ ਵਿਚਰਦਿਆਂ ਹੁੰਦਾ ਹੀ ਇਹੋ ਜਿਹਾ ਕੁਝ ਹੈ। ਉਹ ਵਿਦਵਾਨ ਕਹਿੰਦਾ ਜੇ ਲੋਗਨ ਕੇ ਹਿਤ ਪਾਪ ਕਰੇ ਮਨ ਤੇ ਨਹਿ ਤੇ ਕੁਛ ਕਾਜ ਸਵਾਰੇ, ਜਿਨ੍ਹਾਂ ਵਾਸਤੇ ਪਾਪ ਬੜਾ ਕੀਤਾ, ਸਾਰੀ ਉਮਰ ਸਾਰਾ ਸਮਾਂ ਹਰ ਵਕਤ ਪਾਪ ਹੀ ਪਾਪ, ਝੂਠ ਫਰੇਬ ਠੱਗੀ, ਵੀ ਇੱਥੋਂ ਵੀ ਆ ਜਾਏ, ਇੱਥੋਂ ਵੀ ਆ ਜਾਏ, ਤੇ ਉਹ ਵਿਦਵਾਨ ਕਹਿੰਦਾ ਤੇ ਨਹਿ ਤੇ ਕੁਛ ਕਾਜ ਸਵਾਰੇ, ਉਹਨਾਂ ਨੇ ਤੇਰਾ ਇੱਕ ਵੀ ਕਾਜ ਨਹੀਂ ਸਵਾਰਨਾ। ਬਾਣੀ ਚੋਂ ਤੁਸੀਂ ਪੜ੍ਹਦੇ ਹੋ, ਸੂਝਵਾਨ ਬੈਠੇ ਹੋ, ਹਰ ਰੋਜ਼ ਆਪ ਜੀ ਕਥਾ ਸ਼ਰਵਣ ਕਰਦੇ ਹੋ ਵੱਖ-ਵੱਖ ਵਿਦਵਾਨ ਜਨਾਂ ਪਾਸੋਂ। ਪਾਤਸ਼ਾਹ ਕਹਿੰਦੇ ਸਭ ਵਾਸਤੇ ਕੀਤਾ, ਪਰ ਆਪਣੇ ਵਕਤ ਬਾਬਾ ਫਰੀਦ ਸਾਹਿਬ ਦੇ ਬਚਨ ਪੜ੍ਹਦੇ ਹੋ ਨਾ, ਫਰੀਦਾ ਗੱਲਨੀ ਸੋ ਸੱਜਣ ਵੀ,
ਇੱਕ ਢੁਢੇਂਦੀ ਨਾ ਲਾਹਾਂ, ਕਹਿੰਦੇ ਗੱਲਾਂ ਨਾਲ ਤੇ 20 ਸੱਜਣ ਨੇ ਮੇਰੇ। ਲੈਣ ਲੱਗੀ ਪਈ ਹੈ। ਅਸੀਂ ਵੇਖਦੇ ਹਾਂ ਫੇਸਬੁੱਕ ਤੇ ਮੇਰੇ ਜੀ 5000 ਫਰੈਂਡ ਨੇ, ਮੇਰੇ ਇੰਨੇ ਫੋਲੋਅਰ ਨੇ, WhatsApp ਤੇ ਇੰਨੇ ਨੰਬਰ ਹੈ, ਫਲਾਣੇ ਮੇਰੇ ਇੰਨੇ ਮਿੱਤਰ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਗੱਲੀ 100 ਸੱਜਣ 20, ਗੱਲਾਂ ਵਾਲੇ ਤੇ 20 ਸੱਜਣ ਹੈ। ਇੱਕ ਢੁਢੇਂਦੀ ਨਾਲਹਾਂ ਧੂਖਾਂ ਜਿਉ ਮਹਾਲੀ ਕਾਰਨ ਤਿਨਾ ਮਾਪਰੀ, ਕਹਿੰਦੇ ਮਲੀ ਦੇ ਵਾਂਗ ਮੈਂ ਧੁਖਣ ਦਿਆਂ, ਜਦੋਂ ਮੈਨੂੰ ਲੋੜ ਪਈ ਇੱਕ ਵੀ ਮੇਰੇ ਨਾਲ ਨਹੀਂ ਆ ਕੇ ਖੜਾ ਹੋਇਆ। ਮਲੀ ਤੋਂ ਭਾਵ ਜਿਹੜੀਆਂ ਪਾਥੀਆਂ ਪਿੰਡਾਂ ਦੇ ਵਿੱਚ ਚੁੱਲ੍ਹੇ ਜਾਂ ਤੰਦੂਰ ਵਿੱਚ ਹਾਰੇ ਵਿੱਚ ਲਾ ਕੇ ਸਾੜਦੇ, ਉਹਨਾਂ ਵਿੱਚ ਬਰੀਕ ਬਰੀਕ ਰੇਤਾ ਵਰਗਾ ਇੱਕ ਬੂਰਾ ਜਿਹਾ ਹੁੰਦਾ, ਉਹਨੂੰ ਮਲੀ ਕਿਹਾ ਜਾਂਦਾ। ਤੋਂ ਅੱਗ ਨਹੀਂ ਪੈਂਦੀ, ਉਹਨੂੰ ਧੋਖਦਾ ਹੀ ਰਹਿੰਦਾ ਉਹ। ਬਾਬਾ ਫਰੀਦ ਸਾਹਿਬ ਕਹਿੰਦੇ 20 ਗੱਲਾਂ ਬਾਤਾਂ ਵਾਲੇ ਸੱਜਣ ਨੇ ਮੇਰੇ, ਪਰ ਇੱਕ ਢੁਢੇਂਦੀ ਨਾਹਾ ਲਾਵਾ, ਜਦੋਂ ਮੈਂ ਢੂੰਡਦਾ ਲੱਭਦਾ ਵੀ ਕੋਈ ਸੱਜਣ ਉਹ ਮਿਲ ਜਾਏ ਜਿਹੜਾ ਮੇਰੇ ਨਾਲ ਤੁਰਨ ਵਾਲਾ, ਤੇ ਇੱਕ ਵੀ ਨਹੀਂ। ਗੱਲੀ ਬਾਤੀ ਤੇ ਬੜੇ ਨੇ। ਉਹ ਵਿਦਵਾਨ ਕਹਿੰਦਾ ਜਿਹੇ ਲੋਗਨ ਕੇ ਹਿਤ ਪਾਪ ਕਰੇ ਮਨ ਤੇ ਨਹਿ ਤੇ ਕੁਛ ਕਾਜ ਸਵਾਰੇ, ਤੇ ਅੱਗੇ ਕਹਿ ਦਿੱਤਾ ਜਬ ਲਓ ਤਬ ਤੇ ਸੁਖ ਹੇਰਤ ਹੈ ਤਬ ਹੀ ਮੁਖ ਮਾਹੇ ਪੁਕਾਰਤ ਥਾਰੇ। ਉਹ ਕਹਿੰਦੇ ਵੀ ਜਬ ਲਓ ਤਬ, ਤਬ ਤੋਂ ਭਾਵ ਤੇਰੇ ਤੋਂ, ਜਦੋਂ ਤੱਕ ਤੇਰੇ ਤੋਂ ਸੁਖ ਹੇਰਤ, ਹੇਰਤ ਤੋਂ ਭਾਵ ਹੈ ਵੇਖਣਾ। ਜਦੋਂ ਤੱਕ ਵੇਂਦੇ ਆ ਨਾ ਵੀ ਫਲਾਣਾ ਬੰਦਾ ਬੜਾ ਸੁਖੀ ਹੈ, ਇਹਦੇ ਕੋਲੇ ਸੁੱਖ ਹੈ, ਇਹਦੇ ਕੋਲੇ ਚਾਰ ਛਿੱਲੜ ਹੈ, ਇਹਦੀ ਚੰਗੇ ਚੰਗੇ ਵੱਡੇ ਵੱਡੇ ਅਫਸਰਾਂ ਦੇ ਨਾਲ ਜਾਣ ਪਛਾਣ ਹੈ, ਉਦੋਂ ਤੱਕ ਤੇ ਬੜੇ ਦੂਰ ਦੁਰਾਡਿਆਂ ਤੋਂ ਆ ਕੇ ਵੀ ਮੈਂ ਤੇਰੀ ਫਲਾਣੇ ਦਾ ਧਿਮਕੇ ਦਾ ਮੁੰਡਾ ਜੀ, ਮੈਂ ਫਲਾਣਾ ਤੁਹਾਡਾ ਰਿਸ਼ਤੇਦਾਰ, ਬੜੇ ਆ ਜਾਂਦੇ ਨੇ। ਜਬ ਲਓ ਤਬ ਤੇ ਸੁਖ ਹੇਰਤ ਹੈ, ਜਦੋਂ ਤੱਕ ਤੇਰੇ ਤੋਂ ਸੁਖ ਹਿਰਦੇ ਹੈ ਤਬ ਹੀ ਮੁਖ ਮਾਹੇ ਪੁਕਾਰਤ ਥਾਰੇ, ਉਦੋਂ ਤੱਕ ਕਹਿੰਦੇ ਆ ਵੀ ਅਸੀਂ ਤੇ ਹੈ ਹੀ ਤੇਰੇ, ਤੇਰੇ ਤੋਂ ਬਗੈਰ ਸਾਡਾ ਦੂਜਾ ਕੋਈ ਨਹੀਂ। ਤੀਜੀ ਗੱਲ ਉਹਨਾਂ ਲਿਖੀ ਵਿਦਵਾਨ ਜਨਾ, ਕਹਿੰਦੇ ਵੀ ਤਰ ਮੈਂ ਫਲ ਹੇਰ ਬਿਹੰਗਮ ਕੇ ਗਨ ਆਵਤ ਹੈ ਛੰਜ ਚੋਚ ਪਸਾਰੇ। ਕਹਿੰਦੇ ਵੀ ਰੁੱਖ ਤੇ ਫਲ ਲੱਗਾ ਹੋਵੇ ਨਾ, ਤਰ ਹੇਰ ਬਿਹੰਗਮ, ਬਿਹੰਗਮ ਕਹਿੰਦੇ ਪੰਛੀ ਨੂੰ, ਤਰ ਕਹਿੰਦੇ ਰੁੱਖ ਨੂੰ। ਕਹਿੰਦੇ ਤਰ ਮੈਂ ਫਲ ਹੇਰ ਬਿਹੰਗਮ ਕੇ ਗਨ ਆਵਤ ਹੈ ਛੰਦ ਚੋਂਚ ਪਸਾਰੇ। ਕਹਿੰਦੇ ਵੀ ਬੜੇ ਦੂਰੋਂ ਦੁਰਾਡਿਆਂ ਤੋਂ ਪੰਛੀ ਨਾ, ਜਿਹੜਾ ਫਲਦਾਰ ਬੂਟਾ ਹੋਵੇ ਉਹਦੇ ਤੇ ਆ ਕੇ ਬੈਠ ਜਾਂਦੇ ਐ, ਫਲ ਖਾਂਦੇ ਐ, ਅੱਧਾ ਕੁ ਖਾਂਦੇ, ਅੱਧਾ ਕੁ ਸੁੱਟ ਦਿੰਦੇ, ਅੱਧਾ ਖਾਂਦੇ, ਅੱਧਾ ਸੁੱਟ ਦਿੰਦੇ। ਬੜੇ ਪੰਛੀ ਇੱਕ ਰੁੱਖ ਤੇ ਆ ਕੇ ਬੈਠਦੇ ਨੇ, ਫਲ ਖਾਂਦੇ ਨੇ। ਪਰ ਜਿਹੜਾ ਉਹਨੇ ਤੱਤ ਕੱਢਿਆ ਨਾ, ਨਤੀਜਾ ਕੱਢਿਆ, ਉਹ ਬਾ ਕਮਾਲ। ਉਹ ਕਹਿੰਦਾ ਵੀ ਭਾਵੇਂ ਮਨੁੱਖ ਹੋਣ ਤੇ ਭਾਵੇਂ ਪੰਛੀ ਹੋਣਾ, ਉਹਨਾਂ ਕਿਹਾ ਨਰ ਆਪਦ ਔ ਤਰ ਦਾਹੇ ਲੱਗੈ। ਉਹ ਕਹਿੰਦੇ ਵੀ ਮਨੁੱਖ ਤੇ ਵਿਪਤਾ ਆ ਗਈ। ਜਿਹੜੇ ਬੰਦੇ ਨੂੰ ਕਹਿੰਦੇ ਸੀ ਮੁਖ ਮਾਹੇ ਪੁਕਾਰਤ ਥਾਰੇ ਵੀ ਅਸੀਂ ਤੇ ਹੈ ਹੀ ਤੇਰੇ ਆ, ਕਹਿੰਦੇ ਨਰ ਆਪਦ ਔ ਤਰ ਦਾਹੇ ਲੱਗੈ। ਕਹਿੰਦੇ ਮਨੁੱਖ ਤੇ ਵਿਪਤਾ ਆ ਜਾਏ, ਦੁੱਖ ਆ ਜਾਏ, ਮੁਸੀਬਤ ਆ ਜਾਏ, ਤੇ ਕਹਿੰਦੇ ਜਿਹੜੇ ਰੁੱਖ ਤੇ ਬਹਿ ਕੇ ਫਲਾਂ ਨੂੰ ਖਾਦਾ ਪੰਛੀਆਂ ਨੇ, ਉਸ ਰੁੱਖ ਨੂੰ ਅੱਗ ਲੱਗ ਜਾਏ। ਜੋ ਵਿਦਵਾਨ ਜਨ ਕਹਿੰਦਾ ਹੈ ਵੀ ਨਰ ਆਪਦ ਔ ਤਰ ਦਾਹੇ ਲੱਗੈ, ਨਰ ਔਰ ਬਿਹੰਗਮ ਦੂਰ ਪਧਾਰੇ। ਕਹਿੰਦੇ ਬੰਦੇ ਵੀ ਛੱਡ ਕੇ ਦੂਰ ਹੋ ਗਏ ਤੇ ਹੋਰ ਪੰਛੀ ਵੀ ਰੁੱਖ ਦੇ ਲਾਗੇ ਨਹੀਂ ਆਉਂਦੇ ਜਿੱਥੋਂ ਬਹਿ ਕੇ ਫਲ ਖਾਦਾ। ਇਹ ਵਡਿਆਈ, ਇਹ ਸੱਚਾਈ ਹੈ ਸਾਡੇ ਸਮਾਜ ਦੀ, ਇਹ ਹਕੀਕਤ ਹੈ ਸਾਡੇ ਸਮਾਜ ਦੀ, ਜਿਨ੍ਹਾਂ ਵਾਸਤੇ ਅਸੀਂ ਬੜਾ ਕੁਝ ਕਰਨ ਦਾ ਯਤਨ ਕਰਦੇ ਰਹੇ। ਨਾਲ ਨਿਭਣ ਵਾਲਾ ਤੇ ਕੋਈ ਵੀ ਨਹੀਂ ਆਇਆ, ਨਾਲ ਤੁਰਨ ਵਾਲਾ ਤੇ ਕੋਈ ਵੀ ਨਹੀਂ ਆਇਆ। ਨਰ ਆਪਦ ਔ ਤਰ ਦਾਹੇ ਲੱਗੈ, ਨਰ ਔਰ ਬਿਹੰਗਮ ਦੂਰ ਪਧਾਰੇ। ਪੰਛੀ ਵੀ ਉੱਡ ਗਏ ਵੀ ਹੁਣ ਤੇ ਰੁੱਖ ਸੜ ਗਿਆ, ਹੁਣ ਇਹਦੇ ਤੋਂ ਕੀ ਲੈਣਾ ਹੈ। ਬੰਦੇ ਵੀ ਦੂਰ ਹੋ ਗਏ ਵੀ ਹੁਣ ਤੇ ਇਹਦੇ ਕੋਲੇ ਰਿਹਾ ਹੀ ਕੱਖ ਨਹੀਂ, ਹੁਣ ਇਹਦੇ ਨਾਲ ਰਿਸ਼ਤੇਦਾਰੀਆਂ ਗੰਢ ਕੇ ਕੀ ਕਰਨਾ, ਕੋਈ ਹੋਰ ਲੱਭੋ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੇ ਕਿਹਾ ਵੀ ਤੁਸੀਂ ਆਸ ਇੱਕ ਤੇ ਰੱਖ ਲਓ, ਭਰੋਸਾ ਇੱਕ ਤੇ ਰੱਖ ਲਓ। ਔਰ ਯਾਦ ਰੱਖਿਓ, ਇਸ ਸਮਾਜ ਦੇ ਅੰਦਰ ਇੱਕ ਹੋਰ ਬਾਬਾ ਕਬੀਰ ਸਾਹਿਬ ਦਾ ਫਰਮਾਨ ਦੇ ਕੇ ਤੇ ਅਗਲੀ ਵਿਆਖਿਆ ਬਾਬਾ ਸਾਹਿਬ ਕਹਿੰਦੇ ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੈ। ਕਹਿੰਦੇ ਵੀ ਨਿਰਧਨ ਬੰਦਾ ਹੋਵੇ ਨਾ, ਜਿਹਦੇ ਕੋਲੇ ਧਨ ਹੀ ਕੋਈ ਨਾ ਹੋਵੇ, ਰੁਤਬਾ ਸ਼ੌਹਰਤ ਦੌਲਤ ਹੋਵੇ ਕੁਝ ਨਾ, ਉਹਨੂੰ ਕੋਈ ਨਹੀਂ ਪੁੱਛਦਾ, ਉਹਦੀ ਕੋਈ ਵਡਿਆਈ ਨਹੀਂ ਕੋਈ। ਪਰ ਕਹਿੰਦੇ ਵੀ ਜੇਕਰ ਸਾਰ ਧਨ ਵਾਲਾ ਬੰਦਾ ਹੋਵੇ, ਚੰਗਾ ਰੁਤਬੇ ਵਾਲਾ ਹੋਵੇ, ਚੰਗਾ ਪੈਸਾ ਧੇਲਾ ਹੋਵੇ, ਚੰਗਾ, ਕਹਿੰਦੇ ਵੀ ਉਹ ਕਿਤੇ ਗਰੀਬ ਦੇ ਘਰ ਆਵੇ ਨਾ, ਤੇ ਉਹ ਆਪਣਾ ਘਰ 2 ਦਿਨ ਪਹਿਲਾਂ ਸਫਾਈਆਂ ਕਰਨੀਆਂ ਸ਼ੁਰੂ ਕਰ ਦਿੰਦਾ ਵੀ ਫਲਾਣੇ ਨੇ ਆਉਣਾ ਘਰੇ। ਸਮਾਜ ਦੀ ਵਡਿਆਈ ਸਤਿਗੁਰੂ ਕਹਿੰਦੇ ਵੀ ਜੇ ਤੇ ਸਾਡਾ ਵਿਸ਼ਵਾਸ ਭਰੋਸਾ ਇੱਕ ਤੇ ਹੋ ਜਾਏ, ਔਰ ਗੁਰੂ ਇਸ ਸੰਸਾਰ ਦੇ ਅੰਦਰ ਐਸਾ ਹੈ ਭਾਵੇਂ ਇਹਦੇ ਕੋਲੇ ਕੋਈ ਦੁਬਲਾ ਆ ਜਾਏ,
ਕੋਈ ਇਸ ਸੰਸਾਰ ਦੇ ਅੰਦਰ ਕਿੰਨਾ ਗਰੀਬ ਆ ਜਾਏ, ਕੋਈ ਕਿਸੇ ਵੀ ਤਰ੍ਹਾਂ ਦਾ ਆ ਜਾਏ, ਸਤਿਗੁਰੂ ਉਹਨੂੰ ਆਪਣੇ ਘਰ ਦੇ ਵਿੱਚੋਂ ਵਡਿਆਈ ਬਖਸ਼ਿਸ਼ ਕਰਦਾ ਹੈ। ਬਸ ਇਹ ਹੈ ਵੀ ਉਹ ਕਿਸ ਭਾਵਨਾ ਦੇ ਨਾਲ ਆ ਰਿਹਾ ਹੈ, ਕਿਸ ਉਹ ਪ੍ਰੇਮ ਦੇ ਨਾਲ ਆ ਰਿਹਾ। ਸਤਿਗੁਰੂ ਕਹਿੰਦੇ ਗੱਲ ਤੇ ਇੱਥੇ ਹੈ। ਪਾਤਸ਼ਾਹ ਨੇ ਰਹਿਮ ਕੀਤਾ, ਸਾਹਿਬ ਕਹਿੰਦੇ ਆਣ ਤਿਆਗ ਜਪੋ ਹਰ ਨਾਮ, ਫਿਰ ਅੱਗੇ ਕਿਹਾ ਸਿਮਰ 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 ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ। ਕਹਿੰਦੇ ਭਾਈ ਸਿਮਰ ਸਿਮਰ ਕੇ ਸਿਮਰ ਸਿਮਰ ਕੇ ਸਿਮਰ ਸਿਮਰ ਕੇ, ਜਿਵੇਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਨਾ, ਸੋਧਤ 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 ਤਤ ਵਿਚਾਰਿਆ। ਮਹਾਰਾਜ ਕਹਿੰਦੇ ਐਨ ਨਤੀਜੇ ਕੱਢ ਕੱਢ ਕੇ ਜਿਵੇਂ ਦੁੱਧ ਨੂੰ ਰਿੜਕੀਦਾ ਹੈ ਨਾ, ਤੇ ਰਿੜਕ ਰਿੜਕ ਕੇ ਚੰਗੀ ਤਰ੍ਹਾਂ ਮਧਾਣੀ ਜਦੋਂ ਚੱਲਦੀ ਹੈ, ਚਲਾ ਕੇ ਉਹਦੇ ਵਿੱਚੋਂ ਮੱਖਣ ਪੈਦਾ ਹੁੰਦਾ, ਉਹਦੇ ਵਿੱਚੋਂ ਮੱਖਣ ਨਿਕਲਦਾ ਹੈ। ਪਾਤਸ਼ਾਹ ਕਹਿੰਦੇ ਵੀ ਇਹ ਤੇ ਹੈ ਨਹੀਂ ਵੀ ਇੱਕ ਵਾਰੀ ਬੰਦੇ ਕੇ ਕੋਈ, ਤੇ ਬੜੀ ਵੱਡੀ ਘਾਲਣਾ ਹੈ ਨਾ, ਬੜੀ ਵੱਡੀ ਤਪੱਸਿਆ ਹੈ। ਸਿਮਰ ਸਿਮਰ ਕੇ ਜਪ ਜਪ ਕੇ ਧਿਆ ਕੇ ਨਿਰੰਕਾਰ ਦੀ ਬਾਣੀ ਨੂੰ ਸਮਝ ਕੇ ਇੱਕ ਇੱਕ ਅੱਖਰ ਹੈ ਆਪਣੇ ਹਿਰਦੇ ਦੇ ਅੰਦਰ ਰੋਮ ਰੋਮ ਦੇ ਵਿੱਚ ਵਸਾ ਕੇ, ਪਾਤਸ਼ਾਹ ਕਹਿੰਦੇ ਫਿਰ ਕਰਨਾ ਕੀ ਹੈ। ਜਦੋਂ ਆਪ ਜਪ ਲਿਆ, ਜਦੋਂ ਆਪ ਆਪਣੇ ਹਿਰਦੇ ਦੇ ਭਾਂਡੇ ਨੂੰ ਨਿਰੰਕਾਰ ਦੇ ਸ਼ਬਦ ਨਾਲ ਭਰ ਲਿਆ, ਫਿਰ ਕਰਨਾ ਕੀ ਹੈ। ਸਤਿਗੁਰੂ ਕਹਿੰਦੇ ਆਪ ਜਪੋ ਅਵਰਹ ਨਾਮ ਜਪਾਵੋ, ਆਪ ਤੇ ਧਿਆਉਣਾ ਹੀ ਹੈ, ਆਪ ਤੇ ਜਪਣਾ ਹੈ। ਹੋਰਨਾਂ ਵਿੱਚ ਬਹਿ ਕੇ ਰੱਬ ਦੀ ਇਬਾਦਤ ਕਰਨੀ ਸ਼ੁਰੂ ਕਰ ਦੇਣੀ, ਹੋਰਨਾਂ ਵਿੱਚ ਬੈਠ ਕੇ ਨਿਰੰਕਾਰ ਨੂੰ ਧਿਆਉਣਾ ਆਰੰਭ ਕਰ ਦੇਣਾ, ਨਿਰੰਕਾਰ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਸ਼ੁਰੂ ਕਰ ਦੇਣਾ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਪੜ੍ਹਿਓ। ਮਹਾਰਾਜ ਕਹਿੰਦੇ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ। ਗੁਰੂ ਰਾਮਦਾਸ ਸਾਹਿਬ ਕਹਿੰਦੇ ਵੀ ਜਿਹਦੇ ਅੰਦਰ ਸੱਚ ਹੋਵੇ, ਆਪ ਤੇ ਸੱਚ ਬੋਲਦਾ ਹੈ, ਹੋਰਨਾਂ ਨੂੰ ਵੀ ਕਹਿੰਦਾ ਹੈ ਵੀ ਤੁਸੀਂ ਸੱਚ ਨਾਲ ਜੁੜੋ। ਤੇ ਸੱਚ ਕੀ ਹੈ? ਇੱਕ ਓੰਕਾਰ, ਸਦੀਵੀ ਕੀ ਹੈ? ਨਿਰੰਕਾਰ ਦਾ ਨਾਮ। ਉਹ ਆਪ ਜਪਦਾ ਹੈ, ਹੋਰਨਾਂ ਨੂੰ ਕਹਿੰਦਾ ਵੀ ਤੁਸੀਂ ਵੀ ਜਪੋ। ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੌ ਹਰ ਮਾਰਗ ਪਾਏ। ਉਹ ਆਪ ਤੇ ਰੱਬ ਦੇ ਮਾਰਗ ਤੇ ਤੁਰਦਾ ਹੈ, ਆਪ ਤੇ ਨਿਰੰਕਾਰ ਦੇ ਮਾਰਗ ਦਾ ਪਾਂਧੀ ਬਣਦਾ ਹੈ। ਹੋਰਾਂ ਨੂੰ ਵੀ ਕਹਿੰਦਾ ਵੀ ਭਲਿਓ ਤੁਸੀਂ ਵੀ ਇਸ ਮਾਰਗ ਦੇ ਪਾਂਧੀ ਬਣੋ। ਉਹ ਮਾਰਗ ਤੇ ਨਾ ਤੁਰ ਪਾਓ ਵੀ ਜਿਹਦੇ ਹਜ਼ਾਰਾਂ ਦੀ ਭੀੜ ਹੋਵੇ ਪਰ ਉੱਥੋਂ ਕਿਤੇ ਨਤੀਜਾ ਨਿਕਲੇ ਨਾ, ਮੰਜ਼ਲ ਆਵੇ ਹੀ ਨਾ। ਕਿਤੇ ਸਾਡੀ ਹਾਲਤ ਉਹ ਨਾ ਹੋ ਜਾਵੇ ਵੀ ਜਿਵੇਂ ਬਾਬਾ ਕਬੀਰ ਸਾਹਿਬ ਨੇ ਕਿਹਾ, ਕਬੀਰ ਜਿਹੇ ਮਾਰਗ ਪੰਡਤ ਗਏ ਪਾਛੈ ਪਰੇ ਬਹੀਰ, ਵੀ ਜਿਹੜੇ ਪਾਸੇ ਉਹਨਾਂ ਤੋਰਿਆ ਵੀ ਆਹ ਕਰਮ ਕਰੋ ਉਧਰ ਨੂੰ ਤੁਰ ਪਏ। ਕਿਸੇ ਨੇ ਕਿਹਾ ਫਲਾਨੀ ਥਾਂ ਉਧਰ ਤੁਰ ਪਏ। ਕਹਿੰਦੇ ਨਹੀਂ, ਉਹ ਆਪ ਉਹ ਹਰ ਮਾਰਗ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਉਹ ਆਪ ਹਰੀ ਦੇ ਮਾਰਗ ਤੇ ਤੁਰਦਾ ਹੈ, ਹੋਰਨਾਂ ਨੂੰ ਵੀ ਪ੍ਰੇਰਿਤ ਕਰਦਾ ਵੀ ਤੁਸੀਂ ਵੀ ਮਾਰਗ ਤੇ ਚੱਲੋ। ਫਿਰ ਅਗਲੀ ਪੰਕਤੀ ਵਿੱਚ ਕਿਹਾ, ਕਹਿੰਦੇ ਵੀ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੈ। ਕਹਿੰਦੇ ਵੀ ਜੇਕਰ ਨੂੰ ਅੱਗੋਂ ਤੀਰਥ ਮਿਲ ਜਾਏ ਨਾ, ਤੀਰਥ ਮਿਲ ਜਾਏ ਤੇ ਮਲ ਮਲ ਕੇ ਨਹਾਉਂਦਾ ਹੈ, ਪਰ ਉਹ ਸਰੀਰ ਕਰਕੇ ਨਹੀਂ, ਮਨ ਕਰਕੇ। ਤੇ ਸਤਿਗੁਰੂ ਕਹਿੰਦੇ ਵੀ ਜੇਕਰ ਹੋਵੇ ਛੱਪੜ ਅੱਗੇ, ਭਾਵ ਜੇ ਤੇ ਗੁਰੂ ਮਿਲ ਪਏ, ਫਿਰ ਤੇ ਆਪਣਾ ਮਨ ਤਨ ਉਹ ਪਾਕ ਕਰ ਲੈਂਦਾ, ਪਵਿੱਤਰ ਕਰ ਲੈਂਦਾ। ਤੇ ਜੇ ਕਿਤੇ ਉਹ ਸਾਕਤਾਂ ਦੀ ਸੰਗਤ ਵਿੱਚ ਚਲਾ ਜਾਏ ਤੇ ਸਾਹਿਬ ਕਹਿੰਦੇ ਛੱਪੜ ਨਹਾਤੈ ਸਗਵੀਂ ਮਲ ਲਾਏ। ਛੱਪੜ ਵਿੱਚ ਨਹਾਤਿਆਂ ਤੇ ਹੋਰ ਮੈਲ ਚੜੇਗੀ ਨਾ। ਛੱਪੜ ਦੇ ਪਾਣੀ ਵਿੱਚ ਨਹਾਉਣ ਦਿਆਂ ਤੇ ਹੋਰ ਗੰਦਗੀ, ਹੋਰ ਗੰਦੇ ਪਾਣੀ, ਹੋਰ ਪਤਾ ਨਹੀਂ ਕੀ ਕੀ ਕੁਝ ਸਰੀਰ ਤੇ ਪਏਗਾ ਨਾ। ਵੀ ਛੱਪੜ ਨਹਾਤੈ ਸਗਵੀਂ ਮਲ ਲਾਏ। ਫਿਰ ਅੱਗੇ ਮਹਾਰਾਜ ਕਹਿੰਦੇ ਤੀਰਥ ਪੂਰਾ ਸਤਿਗੁਰੂ। ਕਹਿੰਦੇ ਵੀ ਪੂਰਾ ਸਤਿਗੁਰੂ ਤੀਰਥ ਹੈ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾਤੇ ਦੇ ਜਿੱਥੇ ਤੁਸੀਂ ਤੀਰਥ ਦਰਸ਼ਨ ਕਰੋ ਤੇ ਮਹਾਰਾਜ ਦੀ ਬਾਣੀ ਵਿੱਚੋਂ ਪੜ੍ਹਦੇ ਹੋ ਨਾ, ਤੀਰਥ ਨਾਵਣ ਜਾਉ ਤੀਰਥ ਨਾਮ ਹੈ। ਪਾਤਸ਼ਾਹ ਕਹਿੰਦੇ ਵੀ ਮੇਰੇ ਵਾਸਤੇ ਤੇ ਨਾਮ ਹੀ ਤੀਰਥ ਹੈ, ਮੇਰੇ ਵਾਸਤੇ ਨਾਮ ਹੀ ਸਭ ਕੁਝ ਹੈ। ਇਸ ਨਾਮ ਦੇ ਵਿੱਚ ਮਲ ਮਲ ਕੇ ਇਸ਼ਨਾਨ ਕਰਨ ਦੇ ਨਾਲ ਮੇਰਾ ਹਿਰਦਾ, ਮੇਰਾ ਮਨ ਤਨ ਜਿਹੜਾ ਉਹ ਪਾਕ ਹੋ ਸਕਦਾ ਹੈ, ਪਵਿੱਤਰ ਹੋ ਸਕਦਾ ਹੈ, ਸੁੱਚਾ ਹੋ ਸਕਦਾ ਹੈ। ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਨੇ ਅੱਗੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਵੀ ਉਹ ਆਪ ਛੁੱਟਾ ਕੁਟੰਬ ਸਿਓ। ਕਹਿੰਦੇ ਵੀ ਉਹ ਆਪ ਪਰਿਵਾਰ ਸਮੇਤ ਇਸ ਸੰਸਾਰ ਦੇ ਜੰਜਾਲਾਂ ਤੋਂ, ਬੰਧਨਾਂ ਤੋਂ ਛੁੱਟਿਆ ਹੋਇਆ ਹੈ। ਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ। ਹਰੀ ਦੇ ਨਾਮ ਨੂੰ ਉਹ ਝੋਲੀ ਵਿੱਚ ਪਾ ਕੇ ਸਾਰੀ ਸ੍ਰਿਸ਼ਟੀ ਨੂੰ ਉਹ ਇਸ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਕਰਵਾਉਂਦਾ ਹੈ। ਤੇ ਅੱਗੇ ਕਿਰਪਾ ਕੀਤੀ, ਕਹਿੰਦੇ ਜਨ ਨਾਨਕ ਤਿਸ ਬਲ ਹਾਰਨੈ ਜੋ ਆਪ ਜਪੈ ਅਵਰਾ ਨਾਮ ਜਪਾਏ। ਕਹਿੰਦੇ ਵੀ ਇਹ ਨਾਨਕ ਮੈਂ ਉਹਨਾਂ ਤੋਂ ਕੁਰਬਾਨ ਆ, ਉਹਨਾਂ ਤੋਂ ਵਾਰੇ ਵਾਰੇ ਜਿਹੜੇ ਆਪ ਜਪਦੇ ਨੇ ਤੇ ਹੋਰਾਂ ਤੋਂ ਜਪਾਉਂਦੇ ਨੇ।
ਜਿਹੜੇ ਆਪ ਆਖਦੇ ਭਗਤਾ ਅਕਾਲ ਪੁਰਖ ਨਿਰੰਕਾਰ ਦਾ ਜਾਪ ਜਪ ਉਹਨਾਂ ਵਿੱਚ ਬੈਠ ਕੇ ਆਪ ਜਪਦੇ ਨੇ, ਉਹਨਾਂ ਨੂੰ ਜਪਾਉਂਦੇ ਐ। ਸਾਹਿਬ ਕਹਿੰਦੇ ਉਹਨਾਂ ਤੋਂ ਕੁਰਬਾਨ। ਤੁਸੀਂ ਬੜੀ ਵਾਰ ਪਵਿੱਤਰ ਸ਼ਬਦ ਪੜਿਆ ਸੁਣਿਆ ਹੋਵੇਗਾ, ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋਂ ਤਿਸ ਪੈ ਆਪ ਵੇਚਾਈ, ਦਰਸ਼ਨ ਹਰ ਦੇਖਣ ਕਹਿ ਤਾਈ। ਮੈਂ ਤੇ ਆਪਣਾ ਆਪ ਉਹਦੇ ਤੋਂ ਵੇਚ ਦਵਾਂ, ਮੈਂ ਤੇ ਆਪਣਾ ਆਪ ਉਹਦੇ ਅੱਗੇ ਭੇਟਾ ਕਰਦਾ ਜਿਹੜਾ ਮੈਨੂੰ ਅਕਾਲ ਪੁਰਖ ਦੇ ਦੀਦਾਰ ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੂ ਬਕੂ ਸ਼ੁਭ ਰਸਨਾ ਦੀਜੈ ਪ੍ਰਾਣ ਅਕੋਰ। ਮੈਂ ਤੇ ਆਪਣਾ ਆਪ ਉਹਦੇ ਅੱਗੇ ਰੱਖ ਦਿਆਂ ਜਿਹੜਾ ਮੈਨੂੰ ਸਤਿਗੁਰੂ ਦੇ ਮਾਰਗ ਤੇ ਤੁਰਦਾ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਸਿਮਰ 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 ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ। ਅੱਗੇ ਕਿਆ ਭਗਤ ਭਾਏ ਤਰੀਐ ਸੰਸਾਰ। ਕਹਿੰਦੇ ਵੀ ਭਗਤੀ ਤੋਂ ਬਗੈਰ, ਭਗਤ ਭਾਏ, ਭਾਏ ਤੋਂ ਭਾਵ ਹੈ ਭਗਤੀ ਦਾ ਪਿਆਰ, ਜਿਹਦੀ ਭਗਤੀ ਕਿਉਂਕਿ ਪ੍ਰੇਮ ਨਾਲ ਪਿਆਰ ਨਾਲ ਭਗਤੀ ਕਰੋਗੇ ਤੇ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋਵੋਗੇ। ਜੇ ਕੇਵਲ ਔਰ ਕੇਵਲ ਵਿਖਾਵਾ ਜਿਹਾ ਹੈ ਨਾ, ਤੇ ਗੁਰੂ ਅੰਗਦ ਸਾਹਿਬ ਨੇ ਕਿਹਾ ਬੱਦਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਜੇ ਤੇ ਕੇਵਲ ਲੋਕਾਂ ਨੂੰ ਵਿਖਾਉਣ ਵਾਸਤੇ ਹੀ ਹੱਥ ਵਿੱਚ ਗੁਟਕਾ ਫੜਿਆ ਜਾਂ ਮਾਲਾ ਫੜੀ ਹੈ ਜਾਂ ਸੇਵਾ ਕਰ ਰਹੇ ਆ, ਫਿਰ ਤੇ ਸਤਿਗੁਰੂ ਕਹਿੰਦੇ ਵੀ ਉਹ ਤੇ ਨਾ ਉਹਦੇ ਵਿੱਚੋਂ ਗੁਣ ਪੈਦਾ ਹੋਣਾ ਹੈ, ਨਾ ਉਹਦੇ ਚੋਂ ਉਪਕਾਰ ਪੈਦਾ ਹੋਣਾ ਹੈ। ਇਹ ਤੇ ਸੇਤੀ ਖੁਸ਼ੀ ਸਵਾਰੀ ਹੈ, ਇਹ ਤੇ ਸਤਿਗੁਰੂ ਦੀ ਜੇ ਬਖਸ਼ਿਸ਼ ਦੇ ਪਾਤਰ ਬਣਨਾ ਹੈ। ਤੇ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਲੋਕ ਵਿਖਾਵੇ ਦਾ ਹੈ, ਇਹ ਆਪਣੇ ਅੰਦਰੋਂ ਜੜ ਪੁੱਟਣੀ ਪਏਗੀ। ਸਾਹਿਬ ਕਹਿੰਦੇ ਭਗਤ ਭਾਏ, ਭਗਤੀ ਨੂੰ ਪਿਆਰ ਦੇ ਨਾਲ ਕਰਕੇ ਸੰਸਾਰ ਚੋਂ ਤਰਿਆ ਜਾਣਾ। ਬਿਨ ਭਗਤੀ ਤਨ ਹੋਛੀ ਛਾਰ, ਭਗਤੀ ਤੋਂ ਬਗੈਰ, ਬੰਦਗੀ ਤੋਂ ਬਗੈਰ, ਨਾਮ ਤੋਂ ਬਗੈਰ। ਸਤਿਗੁਰੂ ਕਹਿੰਦੇ ਵੀ ਇਹ ਸੰਸਾਰ ਦੇ ਅੰਦਰ ਤਨ ਤੇ ਛਾਰ ਸਵਾਹ, ਕਿਉਂਕਿ ਜਿਨ੍ਹਾਂ ਨਾਮ ਸਤਿਗੁਰੂ ਦੀ ਅਸੀਂ ਬਾਣੀ ਪੜ੍ਹਦੇ ਹਾਂ, ਪਾਤਸ਼ਾਹ ਕਹਿ ਲੱਗੇ ਵੀ ਭਲਿਆ ਇਹ ਸੰਸਾਰ ਦੇ ਅੰਦਰ ਬਿਨ ਹਰ ਕਾਮ ਨ ਆਵਤ ਹੈ, ਬਿਨਾ ਹਰੀ ਦੇ ਨਾਮ ਤੋਂ ਤੇਰੇ ਕੰਮ ਕੁਝ ਨਹੀਂ ਆਉਣ ਵਾਲਾ। ਨਿਰੰਕਾਰ ਦੇ ਨਾਮ ਤੋਂ ਬਗੈਰ ਕੁਝ ਵੀ ਕੰਮ ਨਹੀਂ ਆ ਸਕਦਾ। ਜਾਂ ਪਾਤਸ਼ਾਹ ਨੇ ਕਿਰਪਾ ਕੀਤੀ ਨਾ ਵੀ ਮੂਲ ਬਿਨਾ ਸ਼ਾਖਾ ਕਾ ਤਾਹੇ ਵਾਲੀ ਗੱਲ, ਵੀ ਜਦੋਂ ਮੁੱਢ ਹੀ ਨਹੀਂ ਹੈ ਤੇ ਮੁੱਢ ਤੋਂ ਬਗੈਰ ਸ਼ਾਖਾ ਕਿਵੇਂ ਆ ਜਾਏਗੀ, ਟਾਹਣੀਆਂ ਪੱਤੇ ਫਲ ਫੁੱਲ ਕਿਵੇਂ ਹੋਏਗਾ। ਜਦੋਂ ਮੁੱਢ ਹੋਏਗਾ ਤੇ ਸਭ ਕੁਝ ਹੋਏਗਾ। ਪਾਤਸ਼ਾਹ ਕਹਿੰਦੇ ਜੇ ਤੇਰੇ ਕੋਲੇ ਬੰਦਗੀ ਹੋਵੇਗੀ, ਭਗਤੀ ਹੋਵੇਗੀ, ਨਾਮ ਹੋਵੇਗਾ, ਸੇਵਾ ਹੋਵੇਗੀ, ਫਿਰ ਤੇ ਸਭ ਕੁਝ ਸਾਰੇ ਗੁਣ ਪਰਮਾਤਮਾ ਵਾਲੇ ਤੇਰੇ ਅੰਦਰ ਆਉਣਗੇ। ਤੇ ਜੇ ਅਕਾਲ ਪੁਰਖ ਦੀ ਬੰਦਗੀ ਨਹੀਂ, ਭਗਤੀ ਨਹੀਂ, ਤੇ ਫਿਰ ਸਤਿਗੁਰੂ ਕਹਿੰਦੇ ਵੀ ਫਿਰ ਗੁਣ ਕਿੱਥੋਂ ਆਉਣੇ। ਫਿਰ ਤੇ ਜਿਹੜੇ ਪਾਪਾਂ ਦਾ ਦਰਵਾਜ਼ਾ ਹੋਰ ਖੁੱਲ ਜਾਣਾ ਹੈ, ਹੋਰ ਅਵਗੁਣਾਂ ਨੇ ਹੋਰ ਆ ਕੇ ਤੇਰੇ ਤੇ ਬੋਝ ਪਾਉਣਾ, ਭਾਰ ਪਾਉਣਾ ਹੈ। ਅੱਗੇ ਕਿਰਪਾ ਕੀਤੀ ਸਰਬ ਕਲਿਆਣ ਸੂਖ ਨਿਧ ਨਾਮ। ਮਹਾਰਾਜ ਕਹਿੰਦੇ ਸਰਬ ਕਲਿਆਣ, ਕਲਿਆਣ ਕਹਿੰਦੇ ਨੇ ਭਲੇ ਦਾ ਮਾਰਗ, ਭਲੇ ਭਾਗ। ਕਹਿੰਦੇ ਵੀ ਸਰਬ ਕਲਿਆਣ ਸੂਖ ਨਿਧ ਨਾਮ, ਕਹਿੰਦੇ ਵੀ ਭਲਿਆ ਸਾਰਾ ਜਿਹੜਾ ਇਹ ਭਲੇ ਦੇ ਭਾਗ ਨੇ, ਸੁੱਖ ਨੇ, ਨਿਧੀਆਂ, ਖਜ਼ਾਨੇ, ਇਹ ਸਤਿਗੁਰੂ ਦੇ ਨਾਮ ਦੇ ਵਿੱਚ ਨੇ। ਪਰਮਾਤਮਾ ਦਾ ਨਾਮ ਜਪਿਆ, ਗੁਰੂ ਦਾ ਨਾਮ ਜਪਿਆ ਹਿਰਦੇ ਦੇ ਅੰਦਰ, ਇਹ ਸਭ ਕੁਝ ਜਿਹੜਾ ਉਹ ਸੁੱਖਾਂ ਦੇ ਖਜ਼ਾਨੇ ਪ੍ਰਾਪਤ ਹੁੰਦੇ ਹੈ। ਤੇ ਪਾਤਸ਼ਾਹ ਨੇ ਅੱਗੇ ਕਿਹਾ ਬੂਢਤ ਜਾਤ ਪਾਏ ਵਿਸ਼ਰਾਮ। ਕਹਿੰਦੇ ਵੀ ਬੂਢਤ ਜਾਤ ਡੁੱਬਦਾ ਹੋਵੇ ਨਾ, ਤੇ ਡੁੱਬਦੇ ਨੂੰ ਕਹਿੰਦੇ ਵੀ ਬੇੜੀ ਮਿਲ ਜਾਏ। ਸਤਿਗੁਰੂ ਦੀ ਪਵਿੱਤਰ ਬਾਣੀ ਵਿੱਚੋਂ ਪੜ੍ਹਦੇ ਨਾ ਵੀ ਐਸੋ ਸਹਾਈ ਹਰ ਕੋ ਨਾਮ, ਰੱਬ ਦਾ ਨਾਮ ਐਵੇਂ ਸਹਾਈ ਹੁੰਦਾ। ਕਿਵੇਂ ਸਹਾਈ ਹੁੰਦਾ ਹੈ? ਫਿਰ ਅੱਗੇ ਸਤਿਗੁਰੂ ਨੇ 3-4 ਬੰਦ ਉਚਾਰਨ ਕੀਤੇ ਨੇ। ਪਾਤਸ਼ਾਹ ਕਹਿੰਦੇ ਜਿਵੇਂ ਡੁੱਬਦਾ ਬੰਦਾ ਹੋਵੇ ਤੇ ਡੁੱਬਦੇ ਨੂੰ ਬੇੜੀ ਮਿਲ ਜਾਏ, ਦੀਵਾ ਬੁਝਦਾ ਹੋਏ ਬੁਝਦੇ ਨੂੰ ਤੇਲ ਮਿਲ ਜਾਏ। ਤੇ ਫਿਰ ਅੱਗੇ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਅੱਗ ਨਾਲ ਸੜਦਾ ਹੋਵੇ ਤੇ ਉਹਨੂੰ ਨੀਰ ਮਿਲ ਜਾਏ, ਭੁੱਖਾ ਬਾਲਕ ਹੋਵੇ ਤੇ ਉਹਨੂੰ ਦੁੱਧ ਮਿਲ ਜਾਏ। ਸਾਹਿਬ ਕਹਿੰਦੇ ਸਤਿਗੁਰੂ ਦਾ ਨਾਮ ਮੇਰੇ ਜੀਵਨ ਵਿੱਚ ਇਸ ਤਰ੍ਹਾਂ ਕੰਮ ਕਰਦਾ ਹੈ। ਕਿਉਂਕਿ ਇਹ ਸੰਸਾਰ ਅੰਦਰ ਜਿੱਥੇ ਜਿੱਥੇ ਵੀ ਵਿਚਰਨਾ, ਸਤਿਗੁਰੂ ਦਾ ਸਾਥ ਹੈ ਨਾ। ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ, ਮਹਾਰਾਜ ਕਹਿੰਦੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਉਹ ਤੇ ਮੇਰੇ ਨਾਲ ਹਰ ਵਕਤ ਹੈ, ਹਰ ਥਾਂ ਤੇ ਜਿੱਥੇ ਕਿੱਥੇ ਮੈਂ ਜਾਣਾ ਹੈ, ਜਿੱਥੇ ਜਿੱਥੇ ਵਿਚਰਦਾ ਹੈ, ਸਤਿਗੁਰੂ ਮੇਰੇ ਨਾਲ ਹੈ। ਤੇ ਸਾਹਿਬ ਗੁਰੂ ਅਰਜਨ ਪਾਤਸ਼ਾਹ ਨੇ ਅੱਗੇ ਕਿਰਪਾ ਕੀਤੀ ਸਗਲ ਦੁੱਖ ਕਾ ਹੋਵਤ ਨਾਸ। ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਕਦੋਂ?
ਮਹਾਰਾਜ ਕਹਿੰਦੇ ਨਾਨਕ ਨਾਮ ਜਪੋ ਗੁਣਤਾਸ ਹੈ ਨਾਨਕ। ਜਦੋਂ ਸਤਿਗੁਰੂ ਦਾ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਤੇ ਅਗਲੇ ਬੰਦ ਵਿੱਚ ਸਾਹਿਬ ਕਹਿੰਦੇ ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਹੁਣ ਮਹਾਰਾਜ ਕਹਿੰਦੇ ਵੀ ਉਪਜੀ ਪ੍ਰੀਤ, ਪ੍ਰੀਤ ਮੇਰੇ ਅੰਦਰ ਉਪਜੀ, ਪੈਦਾ ਹੋਈ ਪਰ ਕਦੋਂ? ਜਦੋਂ ਪ੍ਰੇਮ ਦਾ ਰਸ ਮੇਰੇ ਹਿਰਦੇ 'ਚ ਚਾਅ ਪੈਦਾ ਹੋ ਗਿਆ, ਨਿਤਨੇਮ ਕਰਨ ਦਾ ਚਾਅ ਪੈਦਾ ਹੋ ਗਿਆ, ਅਕਾਲ ਪੁਰਖ ਦੀ ਆਰਾਧਨਾ ਕਰਨ ਦਾ ਚਾਅ ਪੈਦਾ ਹੋ ਗਿਆ, ਬੰਦਗੀ ਕਰਨ ਦਾ। ਸਾਹਿਬ ਕਹਿੰਦੇ ਉਦੋਂ ਇਹ ਪ੍ਰੀਤ ਆਪਣੇ ਆਪ ਮੇਰੇ ਹਿਰਦੇ ਵਿੱਚੋਂ ਉਪਜਦੀ ਗਈ। ਫਿਰ ਇਹ ਪ੍ਰੀਤ ਘਟਣੀ ਨਹੀਂ, ਇਹ ਪਿਆਰ ਘਟਣਾ ਨਹੀਂ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ, ਭਾਈ ਸਾਹਿਬ ਕਹਿੰਦੇ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ। ਰੁਚ ਤੋਂ ਭਾਵ ਰੁਚੀ। ਮੱਛੀ ਪਾਣੀ ਵਿੱਚ ਰਹਿੰਦੀ ਹੈ ਤੇ ਪਾਣੀ ਵਿੱਚ ਆਪਣਾ ਜੀਵਨ ਬਸਰ ਕਰਦਿਆਂ ਕਦੀ ਉਹਦੀ ਪਾਣੀ ਵਿੱਚੋਂ ਰੁਚੀ ਘਟੀ ਹੈ ਵੀ ਮੈਨੂੰ ਇੰਨੇ ਸਾਲ ਹੋ ਗਏ ਪਾਣੀ 'ਚ ਰਹਿੰਦੇ ਆ, ਹੁਣ ਤੇ ਮੈਂ ਬਾਹਰ ਜਾਨੀ ਕਿਤੇ ਰੇਗਿਸਤਾਨ ਵਿੱਚ ਰੇਂਗਦੀ ਆ ਜਾਂ ਕਿਸੇ ਹੋਰ ਪਾਸੇ ਜਾ ਕੇ ਮੈਂ ਰੁੱਖਾਂ ਬਿਰਛਾਂ ਤੇ ਆਪਣਾ ਜੀਵਨ ਬਸਰ ਕਰਾਂ, ਵੀ ਬੜੇ ਸਾਲ ਹੋ ਗਏ ਹੁਣ ਤੇ ਮੈਂ ਅੱਕ ਥੱਕ ਗਈ। ਨਹੀਂ, ਕਹਿੰਦੇ ਉਹਦੀ ਪ੍ਰੀਤ, ਉਹਦੀ ਰੁਚੀ ਕਦੇ ਵੀ ਉਸ ਪਾਣੀ ਵਿੱਚੋਂ ਘਟੀ ਨਹੀਂ। ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ ਹੈ, ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੀ। ਕਹਿੰਦੇ ਵੀ ਦੀਵੇ ਨੂੰ ਵੇਖ ਕੇ ਪਤੰਗੇ ਦੀ ਕਦੀ ਰੁਚੀ ਘਟੀ ਹੈ ਵੀ ਇਹ ਦੀਵਾ ਤੇ ਮੈਨੂੰ ਸਾੜ ਦੇਗਾ, ਮੈਨੂੰ ਮਾਰ ਦੇਗਾ ਤੇ ਇਹਦੇ ਤੋਂ ਪਾਸੇ ਹੋ ਜਾ, ਮੈਂ ਨਹੀਂ ਇਹਦੇ ਤੇ ਜਾ ਕੇ ਆਪਣਾ ਜੀਵਨ ਜਿਹੜੀ ਆਪਣੀ ਪ੍ਰੀਤ ਪੈਦਾ ਕਰਨੀ, ਮੈਂ ਨਹੀਂ ਆਪਣਾ ਆਪ ਇਹਦੇ ਤੋਂ ਕੁਰਬਾਨ ਕਰਨਾ। ਨਹੀਂ, ਜਿੱਥੇ ਦੀਵਾ, ਜਿੱਥੇ ਲਾਈਟ ਵੇਖਿਆ ਪਤੰਗਾ ਆਪਣੇ ਆਪ ਨੂੰ ਉਹਦੇ ਤੋਂ ਕੁਰਬਾਨ ਕਰ ਦਿੰਦਾ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਨੇ ਅੱਗੇ ਸਾਨੂੰ ਸਮਝਾਇਆ, ਕਹਿ ਲੱਗੇ ਘਟਾ ਘਨ ਘੋਰ ਮੋਰ ਚਾਤਰਿਕ ਹਿਰਦੈ ਉਲਾਸ। ਕਹਿੰਦੇ ਐਨ ਘਟਾ ਕਾਲੀ ਘਟਾ ਛਾਈ ਹੋਵੇ, ਬੱਦਲ ਛਾਏ ਹੋਣ ਤੇ ਕਦੇ ਮੋਰ ਨੇ ਉਹਨਾਂ ਬੱਦਲਾਂ ਨੂੰ ਵੇਖ ਕੇ ਕਿਹਾ ਵੀ ਹੁਣ ਤੇ ਬੜਾ ਘੰਟਾ 2 ਘੰਟੇ ਇਹ ਕਾਲੀਆਂ ਘਟਾਵਾਂ ਦਾ ਆਨੰਦ ਮਾਣ ਲਿਆ, ਹੁਣ ਨਹੀਂ ਮੈਂ ਇਹਨਾਂ ਦਾ ਆਨੰਦ ਮਾਣਨਾ। ਹੁਣ ਤੇ ਬਸ ਕਹਿੰਦੇ ਨਹੀਂ, ਉਹਦੀ ਪ੍ਰੀਤ ਕਦੇ ਵੀ ਨਹੀਂ ਘਟਦੀ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਕਹਿ ਲੱਗੇ ਵੀ ਇੱਕ ਬਿਹੰਗਮ, ਇੱਕ ਪੰਛੀ ਆਕਾਸ਼ ਵਿੱਚ ਉੱਡਦਾ ਹੈ, ਇੰਨੀਆਂ ਉੱਚੀਆਂ ਉਡਾਰੀਆਂ ਮਾਰ ਮਾਰ ਕੇ ਉਹਦੇ ਅੰਦਰ ਦੀ ਕਦੇ ਪ੍ਰੀਤ ਨਹੀਂ ਘਟਦੀ ਵੀ ਬੜਾ ਉੱਡ ਲਿਆ ਬਸ ਹੁਣ ਨਹੀਂ ਮੈਂ ਉੱਡਣਾ। ਭਾਈ ਸਾਹਿਬ ਕਹਿੰਦੇ ਨਹੀਂ, ਉੱਡਦਾ ਹੈ, ਰੱਜ ਕੇ ਜਿੰਨੀਆਂ ਉਡਾਰੀਆਂ ਭਰ ਸਕਦਾ ਹੈ ਭਰਦਾ ਹੈ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਰੱਬ ਦੇ ਪਿਆਰੇ ਨੇ, ਸੰਤ ਜਨ ਨੇ, ਨਾਮ ਜਪਦਿਆਂ ਜਪਦਿਆਂ ਉਹਨਾਂ ਦੇ ਅੰਦਰ ਦੀ ਪ੍ਰੀਤ ਕਦੇ ਨਹੀਂ ਘਟਦੀ, ਨਿਤਨੇਮ ਕਰਦਿਆਂ ਕਦੇ ਨਹੀਂ ਪ੍ਰੀਤ ਘਟਦੀ, ਸੇਵਾ ਕਰਦਿਆਂ ਕਦੇ ਨਹੀਂ ਪ੍ਰੀਤ ਘਟਦੀ, ਸਗੋਂ ਚਾਅ ਚੜ ਜਾਂਦਾ ਹੈ ਵੀ ਮੇਰੇ ਸਤਿਗੁਰੂ ਦੇ ਘਰ ਜਾਣ ਦਾ ਸਮਾਂ ਹੋ ਗਿਆ। ਉਸੇ ਵਕਤ ਆਲਸ ਤਿਆਗ ਕੇ ਗੁਰੂ ਵਾਲੇ ਮਾਰਗ ਤੇ ਤੁਰ ਪਏ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਪ੍ਰੀਤ ਪੈਦਾ ਹੋਵੇਗੀ ਜਦੋਂ ਅੰਦਰ ਚਾਅ ਪੈਦਾ ਹੋ ਗਿਆ, ਤੇ ਚਾਅ ਤੋਂ ਬਗੈਰ, ਜਿਵੇਂ ਪਹਿਲਾਂ ਮੈਂ ਆਪ ਜੀ ਸਮਕਸ਼ ਬੇਨਤੀ ਕੀਤੀ ਵੀ ਬੱਧਾ ਚੱਟੀ ਕਰਨ ਨਾਲ ਕੁਝ ਨਹੀਂ ਹੋਣਾ, ਅੰਦਰ ਚਾਅ ਪੈਦਾ ਹੋਵੇਗਾ। ਸਾਹਿਬ ਕਹਿੰਦੇ ਮਨ ਤਨ ਅੰਤਰ ਇਹੀ ਸੁਆਓ। ਮਹਾਰਾਜ ਕਹਿੰਦੇ ਵੀ ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਇਹ ਸੁਆਓ ਹੈ, ਸਵਾਰਥ ਹੈ ਵੀ ਮੈਂ ਕਦੋਂ ਗੁਰੂ ਦੇ ਘਰ ਜਾਵਾਂ, ਕਦੋਂ ਨਿਤਨੇਮ ਕਰਾਂ, ਕਦੋਂ ਸੇਵਾ ਕਰਾਂ, ਕਦੋਂ ਮੈਂ ਗੁਰੂ ਦੇ ਘਰ ਵਿੱਚ ਹਾਜ਼ਰੀਆਂ ਭਰਾਂ। ਇਹ ਮੇਰੇ ਜੀਵਨ ਦਾ ਇੱਕ ਆਧਾਰ ਚਾਹ ਬਣ ਗਿਆ। ਕਹਿੰਦਾ ਵੀ ਨਹੀਂ, ਸਤਿਗੁਰੂ ਦੇ ਘਰ ਤੋਂ ਵੱਖਰਾ ਨਹੀਂ। ਜਿਵੇਂ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ, ਕਰਵਤ ਭਲਾ ਨਾ ਕਰਵਟ ਤੇਰੀ, ਆਰਾ ਚੱਲ ਜਾਏ ਕੋਈ ਗੱਲ ਨਹੀਂ, ਪਰ ਸਤਿਗੁਰੂ ਤੋਂ ਬੇਮੁਖ ਨਹੀਂ, ਗੁਰੂ ਦੇ ਮਾਰਗ ਤੋਂ ਲਾਂਭੇ ਨਹੀਂ। ਨੇਤਰੋ ਪੇਖ ਦਰਸ ਸੁਖ ਹੋਏ। ਫਿਰ ਕਹਿੰਦੇ ਵੀ ਇਹਨਾਂ ਨੇਤਰਾਂ ਤੋਂ ਉਸ ਪਰਮਾਤਮਾ ਦੇ ਦਰਸ਼ਨ, ਨੇਤਰੋ ਪੇਖ ਦਰਸ ਸੁਖ ਹੋਏ, ਨੇਤਰਾਂ ਤੋਂ ਉਸ ਪਰਮਾਤਮਾ ਦੇ ਦਰਸ਼ਨ ਕੀਤਿਆਂ ਸੁਖ ਪ੍ਰਾਪਤ ਹੋਣਾ ਹੈ। ਤੇ ਯਾਦ ਰੱਖਿਓ, ਇਹਨਾਂ ਅੱਖਾਂ ਤੋਂ ਤੇ ਅਸੀਂ ਹਰ ਰੋਜ਼ ਵੇਖਦੇ, ਇਹਨਾਂ ਅੱਖਾਂ ਤੋਂ ਤੇ ਹਰ ਰੋਜ਼ ਕਿੰਨੇ ਸਾਲ ਹੋ ਗਏ ਵੇਖਦਿਆਂ ਨੂੰ। ਬਾਬੇ ਦੀ ਬਾਣੀ ਨੇ ਇਹ ਸ਼ਬਦ ਸਾਡੀ ਝੋਲੀ ਵਿੱਚ ਪਾਏ। ਸਾਹਿਬ ਕਹਿ ਲੱਗੇ ਵੀ ਸਤਿਗੁਰ ਨੌ ਸਭ ਕੋ ਲੋਚਦਾ, ਜੇਤਾ ਜਗਤ ਸੰਸਾਰ ਡਿਠੈ ਮੁਕਤ ਨਾ ਹੋਵੇ। ਮਹਾਰਾਜ ਕਹਿੰਦੇ ਵੀ ਹੁਣ ਇੱਕ ਪਾਸੇ ਤੇ ਕਹਿ ਦਿੱਤਾ ਵੀ ਨੇਤਰੋ ਪੇਖ ਦਰਸ਼ਕ ਹੋਵੇ, ਇੱਥੇ ਕਹਿ ਦਿੱਤਾ ਵੀ ਡਿਠੈ ਮੁਕਤ ਨਾ ਹੋਵੇ। ਵੇਖਣ ਨਾਲ ਤੇ ਮੁਕਤੀ ਨਹੀਂ ਨਾ, ਵੇਖਣ ਨਾਲ ਤੇ ਕਿੰਨਾ ਮਰਜ਼ੀ ਤੁਸੀਂ ਕਰਦੇ ਰਹੋ, ਜਿੰਨਾ ਮਰਜ਼ੀ ਅਸੀਂ ਆਪਣੇ ਕਿੰਨੇ ਸਾਲ ਹੋ ਗਏ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰਦਿਆਂ, ਦਰਸ਼ਨ ਕਰਦਿਆਂ, ਸਤਿਗੁਰੂ ਨੂੰ ਵੇਖਦਿਆਂ। ਪਰ ਮਹਾਰਾਜ ਨੇ ਜਿਹੜੀ ਅਗਲੀ ਗੱਲ ਕਹੀ ਨਾ, ਇਸ ਗੱਲ ਨੂੰ ਸਪਸ਼ਟ ਕਰ ਦਿੰਦੀ। ਮਹਾਰਾਜ ਕਹਿੰਦੇ ਡਿਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦਾ, ਵੇਖਣ ਨਾਲ ਗੱਲ ਨਹੀਂ ਬਣਨੀ।
ਵੇਖਣ ਨਾਲ ਗੱਲ ਨਹੀਂ ਬਣਨੀ। ਜਦੋਂ ਤੂੰ ਆਪਣੇ ਹੱਥ ਵਿੱਚ ਗੁਟਕਾ ਲੈ ਕੇ ਜਪਜੀ ਸਾਹਿਬ ਪੜ੍ਹੇ, ਜਾਪ ਸਾਹਿਬ ਪੜ੍ਹੇ, ਸਵਈਏ ਪੜ੍ਹੇ, ਚੌਪਈ, ਆਨੰਦ ਸਾਹਿਬ ਹੈ, ਸ਼ਾਮ ਨੂੰ ਸੋਦਰ ਦੀ ਬਾਣੀ, ਸੋਹਲੇ ਦੀ ਬਾਣੀ ਵਿਚਾਰ ਹੋਵੇ। ਮੇਰੇ ਸਤਿਗੁਰੂ ਨੇ ਮੈਨੂੰ ਸਮਝਾਇਆ ਕੀ ਹੈ। ਜਪਜੀ ਸਾਹਿਬ ਦੇ ਵਿੱਚੋਂ ਸਤਿਗੁਰੂ ਇੱਕ ਪੌੜੀ ਤੁਸੀਂ ਰੋਜ਼ ਵਿਚਾਰ ਲਓ, ਇੱਕ ਅੱਕਰ, ਇੱਕ ਪੰਕਤੀ ਵਿਚਾਰ ਲਓ ਵੀ ਸਤਿਗੁਰੂ ਨੇ ਸਾਨੂੰ ਸਮਝਾਉਣ ਦਾ ਕੀ ਯਤਨ ਕੀਤਾ ਹੈ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਇਹਦੀ ਵਿਚਾਰ ਕਰ ਲਓ ਵੀ ਪਵਿੱਤਰਤਾ ਰੱਖਣ ਦੇ ਨਾਲ ਪਵਿੱਤਰਤਾ ਕਦੇ ਨਹੀਂ, ਕਿੰਨੀ ਮਰਜ਼ੀ ਪਵਿੱਤਰਤਾ ਰੱਖੀ ਜਾਓ, ਕਿੰਨਾ ਮਰਜ਼ੀ ਕਹਿੰਦੇ ਰਹੋ ਵੀ ਮੈਂ ਸੁੱਚੇ ਹੋਣਾ ਹੈ, ਸਤਿਗੁਰੂ ਕਹਿੰਦੇ ਇਹ ਪਵਿੱਤਰਤਾ ਰੱਖਣ ਨਾਲ ਪਵਿੱਤਰਤਾ ਨਹੀਂ ਆਉਣੀ। ਆਪਣਾ ਮਨ ਪਵਿੱਤਰ ਕਰ, ਇਹਨਾਂ ਅੱਖਾਂ ਤੋਂ ਵੇਖਣਾ ਪਵਿੱਤਰ ਕਰ, ਇਹਨਾਂ ਕੰਨਾਂ ਤੋਂ ਸੁਣਨਾ ਪਵਿੱਤਰ ਕਰ, ਜ਼ੁਬਾਨ ਤੋਂ ਬੋਲਣਾ ਪਵਿੱਤਰ ਕਰ, ਤੇਰਾ ਬੈਠਣਾ ਉੱਠਣਾ ਦੁਨੀਆ 'ਚ ਵਿਚਰਨਾ ਇਹ ਪਵਿੱਤਰ ਹੋਵੇ। ਮਹਾਰਾਜ ਕਹਿੰਦੇ ਨੇਤਰੋ ਪੇਖ ਦਰਸ ਸੁਖ ਹੋਏ, ਮਨ ਬਿਕਸੈ ਸਾਧ ਚਰਨ ਧੋਏ। ਮਨ ਬਿਕਸੈ, ਬਿਕਸੈ ਤੋਂ ਭਾਵ ਹੁੰਦਾ ਹੈ ਵਿਗਾਸ, ਖੇੜਾ, ਖੁਸ਼ੀ, ਚਾਹ। ਹੁਣ ਇਹ ਚਾਹ ਆਉਣਾ ਕਿੱਥੋਂ ਹੈ? ਸਾਧ ਚਰਨ ਧੋਏ। ਤੇ ਸਾਧ ਤੋਂ ਭਾਵ ਇਹ ਨਾ ਸਮਝ ਲੈਣਾ ਵੀ ਕਿਸੇ ਬਾਬੇ ਦੇ ਪੈਰ ਧੋਤਿਆਂ ਇਹ ਖੇੜਾ ਆਉਣਾ, ਨਹੀਂ। ਸਾਧ ਤੋਂ ਭਾਵ ਹੈ ਗੁਰੂ। ਗੁਰੂ ਦੇ ਚਰਨ ਕੀ ਹੈ? ਗੁਰੂ ਦਾ ਸ਼ਬਦ ਹੈ। ਗੁਰੂ ਦਾ ਸ਼ਬਦ ਆਪਣੇ ਹਿਰਦੇ ਦੇ ਵਿੱਚ ਵਸਾਇਆ ਖੇੜਾ ਪੈਦਾ ਹੋਣਾ ਹੈ। ਗੁਰੂ ਦਾ ਸ਼ਬਦ ਆਪਣੇ ਮਨ ਵਿੱਚ ਧਾਰਨ ਕੀਤਿਆਂ ਵਿਗਾਸ ਪੈਦਾ ਹੋਵੇਗਾ। ਸਾਹਿਬ ਕਹਿੰਦੇ ਭਗਤ ਜਨਾ ਕੈ ਮਨ ਤਨ ਰੰਗ ਹੈ। ਭਗਤਾਂ ਦੇ ਮਨ ਵਿੱਚ ਤਨ ਵਿੱਚ ਰੰਗ, ਰੰਗ ਤੋਂ ਭਾਵ ਹੈ ਰੰਗਤ ਹੈ। ਰੰਗਤ ਤੋਂ ਭਾਵ ਜਿਹਨੂੰ ਆਪਾਂ ਚੜ੍ਹਦੀ ਕਲਾ ਕਹਿ ਦਿੰਦੇ ਨਾ, ਚੜ੍ਹਦੀ ਕਲਾ। ਜਿੱਥੇ ਜਿਹਨੂੰ ਸਤਿਗੁਰੂ ਦੀ ਬਾਣੀ ਨੇ ਕਹਿ ਦਿੱਤਾ ਨਾ ਵੀ ਜਿੱਥੇ ਦੁੱਖ ਭੁੱਖ ਖੁਸ਼ੀ ਗਮੀ ਹਰਖ ਸੋਗ, ਜਿੱਥੇ ਉਸ ਸਥਾਨ ਤੇ ਪਹੁੰਚ ਹੀ ਨਾ ਸਕਣ, ਉਹਨੂੰ ਕਹਿ ਦਿਓ ਵੀ ਚੜ੍ਹਦੀ ਕਲਾ ਵਿੱਚ ਹੈ। ਉਹਨੂੰ ਕਹਿ ਦਿਓ ਵੀ ਇਹ ਅਕਾਲ ਪੁਰਖ ਦੇ ਨਾਮ ਵਿੱਚ ਰੰਗਿਆ। ਤੇ ਜੇ ਥੋੜਾ ਜਿਹਾ ਕਿਤੇ ਦੁੱਖ ਆ ਜਾਏ ਤੇ ਬੰਦਾ ਡੋਲ ਜਾਏ, ਵਿਪਤਾ ਦਾ ਸਮਾਂ ਆ ਜਾਏ ਬੰਦਾ ਡੋਲ ਜਾਏ, ਖੁਸ਼ੀ ਗਮੀ ਦਾ ਉਹਦੇ ਤੇ ਪ੍ਰਭਾਵ ਹੋਵੇ, ਤੇ ਸਤਿਗੁਰੂ ਕਹਿੰਦੇ ਵੀ ਨਹੀਂ, ਅਜੇ ਗੱਲ ਨਹੀਂ ਬਣੀ। ਸਾਹਿਬ ਕਹਿੰਦੇ ਜਿੱਥੇ ਇਹ ਸਭ ਕੁਝ ਪਿੱਛੇ ਰਹਿ ਜਾਏ, ਉਹਦੇ ਹਿਰਦੇ ਦੇ ਰੰਗ ਲੱਗ ਜਾਏ ਪਾਤਸ਼ਾਹ ਦਾ, ਪਰ ਇਹ ਪ੍ਰਾਪਤੀ ਕਿਹਨਾਂ ਨੂੰ? ਸਾਹਿਬ ਕਹਿੰਦੇ ਬਿਰਲਾ ਕੋਊ ਪਾਵੈ ਸੰਗ, ਹਰ ਕੋਈ ਨਹੀਂ ਪ੍ਰਾਪਤ ਕਰ ਸਕਦਾ। ਜਨ ਨਾਨਕ ਕੋਟਨ ਮੈਂ ਕੋ, ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ, ਕਰੋੜਾਂ ਦੇ ਵਿੱਚੋਂ, ਔਰ ਉਹ ਵੀ ਕਰੋੜਾਂ ਦੀ ਕੋਈ ਗਿਣਤੀ ਨਹੀਂ ਵੀ 1 ਕਰੋੜ ਕੇ 2 ਕੇ 5 ਕੇ 7 ਕਰੋੜਾਂ, ਅਣਗਿਣਤ ਕਰੋੜਾਂ। ਸਾਹਿਬ ਕਹਿੰਦੇ ਜਨ ਨਾਨਕ ਕੋਟਨ ਮੈਂ ਕੋਊ, ਨਾਰਾਇਣ ਜਿਹ ਚੀਤ ਜਿਹਦਾ ਚਿੱਤ ਨਿਰੰਕਾਰ ਦੇ ਚਰਨਾਂ ਵਿੱਚ ਗੁੱਜਾ। ਕਰੋੜਾਂ ਚੋਂ ਕੋਈ ਇੱਕ ਅੱਧਾ, ਬਿਰਲਾ ਕੋਊ ਪਾਵੈ ਸੰਗ, ਕੋਈ ਕੋਈ ਵਿਰਲਾ ਇਹ ਸੰਗ ਪ੍ਰਾਪਤ ਕਰਦਾ ਹੈ, ਸਾਥ ਪ੍ਰਾਪਤ ਕਰਦਾ ਹੈ। ਏਕ ਬਸਤ ਦੀਜੈ ਕਰ ਮਇਆ, ਹੇ ਸਤਿਗੁਰੂ ਮਇਆ ਕਰਕੇ, ਕਿਰਪਾ ਕਰਕੇ, ਰਹਿਮ ਕਰਕੇ, ਤਰਸ ਕਰਕੇ ਇੱਕ ਵਸਤੂ ਮੇਰੀ ਝੋਲੀ 'ਚ ਪਾ ਦੇ, ਇੱਕ ਦਾਤ ਮੇਰੀ ਝੋਲੀ ਵਿੱਚ ਪਾ ਦੇ। ਕਿਹੜੀ ਦਾਤ? ਸਾਹਿਬ ਕਹਿੰਦੇ ਗੁਰ ਪ੍ਰਸਾਦ ਨਾਮ ਜਪ ਲਿਆ। ਗੁਰੂ ਦੀ ਕਿਰਪਾ ਦੇ ਨਾਲ ਮੈਂ ਸੰਗਤ ਵਿੱਚ ਬੈਠ ਕੇ ਨਾਮ ਜਪ ਸਕਾਂ। ਸਤਿਗੁਰੂ ਇਹ ਕਿਰਪਾ ਕਰ, ਇਹ ਤਰਸ ਕਰ, ਰਹਿਮਤ ਕਰ, ਮੇਰੇ ਹਿਰਦੇ ਵਿੱਚ ਇਹ ਦਾਤ ਪੈਦਾ ਹੋ ਜਾਏ। ਤੇ ਅੰਤਲੀਆਂ ਪੰਕਤੀਆਂ ਵਿੱਚ ਸਾਹਿਬ ਕਹਿੰਦੇ ਤਾਕੀ ਉਪਮਾ ਕਹੀ ਨਾ ਜਾਏ, ਉਸ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੀ ਉਪਮਾ, ਉਹਦੀ ਵਡਿਆਈ ਜਿਹੜੀ ਉਹ ਕਹੀ ਨਹੀਂ ਜਾ ਸਕਦੀ, ਆਖੀ ਨਹੀਂ ਜਾ ਸਕਦੀ। ਉਹਦਾ ਕਿੰਨਾ ਵੀ ਬੰਦਾ ਉਹਦੀ ਵਡਿਆਈ ਦਾ, ਉਹਦੇ ਅੰਤ ਦਾ, ਉਹਨੂੰ ਵੱਧ ਤੋਂ ਵੱਧ ਪਾਉਣ ਦਾ ਸਾਹਿਬ ਕਹਿੰਦੇ ਨਹੀਂ ਆਖਿਆ ਜਾ ਸਕਦਾ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਹੇ ਨਾਨਕ ਉਹ ਪਰਮਾਤਮਾ ਸਾਰੇ ਸੰਸਾਰ ਦੇ ਅੰਦਰ ਸਮਾਇਆ ਹੋਇਆ ਹੈ, ਹਰ ਥਾਂ ਤੇ ਉਹ ਮੌਜੂਦ ਹੈ, ਹਰ ਥਾਂ ਤੇ ਉਹ ਵਸਦਾ ਹੈ। ਜਿਸ ਦਿਨ ਸਾਡੇ ਤੇ ਸਤਿਗੁਰੂ ਦੀ ਕਿਰਪਾ ਹੋਈ, ਬਖਸ਼ਿਸ਼ ਹੋਈ, ਤੇ ਇਸ ਨਿਰੰਕਾਰ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਫਿਰ ਜਹ ਜਹ ਪੇਖੂ ਤਹ ਹਜ਼ੂਰ, ਦੂਰ ਕਤਹੂ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਉਹ ਸਾਰੇ ਪਾਸੇ ਜਿਹੜਾ ਵਸਦਾ ਨਿਰੰਕਾਰ ਹੈ, ਹਰ ਥਾਂ ਹੀ ਨਜ਼ਰ ਆਉਣ ਵਾਲਾ ਹੈ, ਹਰ ਥਾਂ ਵਸਿਆ, ਉਹ ਭਾਵੇਂ ਜਲ ਹੋਵੇ ਥਲ। ਜਿਵੇਂ ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਮੰਗਲਾਚਰਨ ਪੜ੍ਹਿਆ ਸੀ ਨਾ, ਭੁਖਤ ਹੈ ਜਲ ਮੈਂ ਥਲ ਮੈਂ, ਉਹ ਹਰ ਥਾਂ ਤੇ ਪਰਮਾਤਮਾ ਫਿਰ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ। ਭਾਵੇਂ ਉਹ ਜਲ ਹੋਵੇ ਥਲ ਹੋਵੇ, ਕੋਈ ਪਾਸਾ ਹੋਵੇ, ਕਿਤੇ ਵੀ ਹੋਵੇ, ਸਾਹਿਬ ਕਹਿੰਦੇ ਆਪਣੇ ਸੇਵਕ ਦੀ ਉਹ ਲਾਜ ਰੱਖਦਾ ਹੈ, ਪਰਦਾ ਕੱਜਦਾ ਹੈ, ਆਪਣੇ ਸੇਵਕ ਨੂੰ ਵਡਿਆਈ ਦਿੰਦਾ ਹੈ। ਸੱਚੇ ਪਾਤਸ਼ਾਹ ਦੇ ਇਸ ਪਵਿੱਤਰ ਪਾਵਨ 2 ਪਦਿਆਂ ਦੀ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ।
ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਜੀ, ਬਖਸ਼ ਦੇਣਾ। ਬੁਲਾਓ ਫਤਿਹ, ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹਿ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ। ਸਦਾ ਸਿਫਤ ਸਾਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਪੰਚ ਦੂਤ ਤੁਧ ਵਾਸ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ। ਦਿਵਸ ਰਾਤ ਦੁਇ ਦਾਈ, ਦਾਇਆ ਖੇਲੈ ਸਗਲ ਜਗਤ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ।
ਵਾਹਿਗੁਰੂ। ਅਰਦਾਸ। ਇੱਕ ਓੰਕਾਰ ਵਾਹਿ